ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨਾ ਪੰਕਜ ਬੰਦਨਾ। ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਕੇ ਨਾਸ਼। ਸ਼੍ਰੀ ਹਰਿਗੋਬਿੰਦ ਸੁਮਤ ਪ੍ਰਕਾਸ਼ਿਤ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਦਿਸਾਲ। ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਤਿਗੁਰੂ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਈ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਈ। ਦੋਹਰਾ ਸੁਣ ਕਰ ਸਭ ਪੂਜਨ ਲਗੇ ਤੁਮ ਪੂਜਿਓ ਕੈਸੇ। ਕੌਣ ਤੋ ਕਿਸ ਕਾਲ ਮੈਂ ਸੋ ਕਹੀਐ ਤੈਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ। ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਕੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਚਾਨਚੱਕ ਸੰਗਤਾਂ ਨੂੰ ਪੁੱਛਿਆ, ਸਿੱਖੋ ਕਬੀਰ ਸਾਹਿਬ ਵੇਲੇ ਰਾਜਾ ਕਿਹੜਾ ਸੀਗਾ? ਤੋ ਸਿੱਖ ਸੰਗਤਾਂ ਆਪਸ ਵਿੱਚ ਹੀ ਅਲੱਗ-ਅਲੱਗ ਰਾਇਆਂ ਦੇਣ ਲੱਗੀਆਂ। ਕੋਈ ਕਹਿੰਦਾ ਸਿਕੰਦਰ ਸੀ, ਕੋਈ ਕਹਿੰਦਾ ਜੈਨੀਆਂ ਦਾ ਰਾਜਾ ਸੀ, ਕੋਈ ਕਹਿੰਦਾ ਹਮਾਯੂ ਦਾ ਰਾਜ ਸੀ। ਆਪਸ ਵਿੱਚ ਜਦਾਈ ਕਰਨ ਲੱਗੇ। ਪਾਤਸ਼ਾਹ ਦੇਖਦੇ ਰਹੇ। ਕੁਝ ਸਮੇਂ ਬਾਅਦ ਪਾਤਸ਼ਾਹ ਕਹਿਣ ਲੱਗੇ, ਤੁਹਾਨੂੰ ਸਮਝ ਨਹੀਂ ਆਈ ਕੌਣ ਸੀ? ਕਹਿੰਦੇ ਜੀ ਸਾਨੂੰ ਨਹੀਂ ਪਤਾ, ਤੇ ਤੁਸੀਂ ਪੁੱਛਿਆ ਕਾਹਦੇ ਵਾਸਤੇ ਆ, ਦੱਸਣਾ ਕਰੋ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਨਾਮ ਦੀ ਮਹਿਮਾ ਦੱਸਣੀ ਸੀ ਕਿ ਜਿਹੜੇ ਜੀਵ ਨਾਮ ਨਾਲ ਜੁੜ ਜਾਂਦੇ ਆ ਉਹ ਅਮਰ ਹੋ ਜਾਂਦੇ ਆ। ਉਹਨਾਂ ਨੂੰ ਦੁਨੀਆ ਰਹਿੰਦੀ ਦੁਨੀਆ ਤੱਕ ਜਾਣਦੀ ਰਹਿੰਦੀ ਹੈ। ਕਬੀਰ ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਤੋਂ ਵੀ ਪਹਿਲਾਂ ਹੋਏ ਔਰ ਕੋਈ ਭਗਤ ਸਨ 900 'ਚ ਹੋਇਆ, ਕੋਈ 1100 'ਚ ਹੋਇਆ, ਕੋਈ ਇਸ ਤਰ੍ਹਾਂ। ਧੰਨ ਗੁਰੂ ਨਾਨਕ ਦੇਵ ਜੀ ਸਨ 1400 'ਚ ਹੋਏ ਆ। ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਤੁਸੀਂ ਦੱਸੋ ਉਦੋਂ ਕਿਹੜਾ ਰਾਜਾ ਸੀਗਾ? ਫਿਰ ਪਾਤਸ਼ਾਹ ਕੀ ਦੱਸਣਾ ਚਾਹੁੰਦੇ ਆ ਇਹ ਵਿਚਾਰਾਂ ਆਪਾਂ ਸਰਵਣ ਕਰ ਰਹੇ ਸੀ। ਅੱਗੇ ਆਰੰਭ ਕਰਕੇ ਸਰਵਣ ਕਰਦਿਆਂ ਰਹਿੰਦੀ ਵਿਚਾਰ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਤੇ ਦਾਸਾਂ ਦੀਆਂ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਖੀਰ ਸੰਗਤ ਕਹਿਣ ਲੱਗੀ, ਮਹਾਰਾਜ ਜੀ ਤੁਸੀਂ ਇਹ ਗੱਲ ਕਾਹਦੇ ਵਾਸਤੇ ਪੁੱਛੀ ਆ? ਸਾਨੂੰ ਤੁਹਾਡੀ ਰਮਜ ਦੀ ਸਮਝ ਨਹੀਂ ਆਏ ਜੇ। ਕੌਣ ਹਤੋ ਤਿਸ ਕਾਲ ਮਹਿ ਸੋ ਕਹੀਐ ਤੈਸੀ।
ਮਹਾਰਾਜ ਜੀ ਕਿਹੜਾ ਰਾਜਾ ਸੀ ਉਸ ਵੇਲੇ, ਤੁਸੀਂ ਦੱਸਣਾ ਕਰੋ। ਕੀ ਮੁਕਤੀ ਸਤਿਗੁਰ ਕਹਿਓ ਮਹਿਮਾ ਸਤਨਾਮ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖੋ ਮੈਂ ਤਾਂ ਨਾਮ ਦੀ ਸਿਫਤ ਦੱਸਣ ਦੀ ਸਲਾਹ ਕੀਤੀ ਸੀ। ਆਨ ਸਮਾਨ ਨ ਜਾਣੀਐ ਮਹੀਅਨ ਪੈਰਾਮ। ਮਹੀਅਨ ਧਰਤੀ ਤੋਂ ਆਕਾਸ਼ ਤੱਕ ਨਾਮ ਤੋਂ ਬਗੈਰ ਤੇ ਨਾਮ ਨਾਲ ਜੁੜਿਆਂ ਤੋਂ ਬਗੈਰ ਹੋਰ ਕਿਸੇ ਦੀ ਇੱਥੇ ਜਾਣਕਾਰੀ ਨਹੀਂ ਹੈ। ਨੌਵੇਂ ਪ੍ਰੀਤਮ ਜੀ ਵੀ ਬਖਸ਼ਿਸ਼ ਕਰਦੇ ਆ, ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਜਾਂ ਫਿਰ ਹੋਰ ਕੌਣ ਰਿਹਾ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਜਾਂ ਫਿਰ ਜਿਨ੍ਹਾਂ ਨੇ ਨਾਮ ਜਪਿਆ, ਪਰਮੇਸ਼ਰ ਸਦਾ ਰਹਿਣ ਵਾਲਾ ਹੈ, ਉਹਦਾ ਨਾਮ ਸਦਾ ਸਲਾਮਤ ਹੈ। ਨਾਮ ਨੂੰ ਜਪਣ ਵਾਲੇ ਸਾਧੂ ਰਹਿਣ ਵਾਲੇ ਹਨ, ਗੁਰੂ ਸਦਾ ਰਹਿਣ ਵਾਲਾ ਹੈ, ਗੋਬਿੰਦ ਪਰਮੇਸ਼ਰ ਸਦਾ ਰਹਿਣ ਵਾਲਾ ਹੈ। ਜਾਂ ਫਿਰ ਉਹ ਸਿੱਖ ਵੀ ਭਗਤ ਵੀ ਸਦਾ ਅਮਰ ਹੋ ਜਾਂਦੇ ਆ ਜਿਨ੍ਹਾਂ ਨੇ ਨਾਮ ਨੂੰ ਜਪਣਾ ਕੀਤਾ। ਪ੍ਰੀਤਮ ਜੀ ਕਹਿੰਦੇ ਮੈਂ ਤਾਂ ਸਤਨਾਮ ਦੀ ਮਹਿਮਾ ਦੀ ਗੱਲ ਕਰਨੀ ਸੀ ਤੁਹਾਡੇ ਨਾਲ। ਯਾਦ ਜਲਾਹ ਰੰਗ ਜੋ ਭਜ ਨਾਮ ਕਬੀਰੰ। ਕਮਾਲ ਦੀ ਗੱਲ ਹੈ, ਜਿਸ ਕਬੀਰ ਭਗਤ ਦੇ ਕੋਲ ਕੋਈ ਪੈਸਾ ਨਹੀਂ, ਕੋਈ ਸੰਪਤੀ ਨਹੀਂ, ਝੌਂਪੜੀ 'ਚ ਰਹਿੰਦਾ ਹੈ, ਗਰੀਬੀ 'ਚ ਰਹਿੰਦਾ ਹੈ, ਕਿਸੇ ਇਲਾਕੇ ਦਾ ਰਾਜਾ ਨਹੀਂ, ਮੰਤਰੀ ਸੰਤਰੀ ਨਹੀਂ, ਉਹਨੂੰ ਸਾਰੀ ਦੁਨੀਆ ਜਾਣਦੀ ਹੈ। ਆਓ ਕੋਈ ਜਾਣੈ ਜਗਤ ਕਰ ਘਰ ਮੈਂ ਧੀਰੰ। ਸਾਰੀ ਦੁਨੀਆ ਜਾਣਦੀ ਹੈ, ਘਰ ਘਰ ਵਿੱਚ ਉਹਦਾ ਨਾਮ ਲਿਆ ਜਾਂਦਾ ਹੈ। ਇਸ ਤਰ੍ਹਾਂ ਉਹ ਭਗਤ ਕਬੀਰ। ਇਸੇ ਤਰ੍ਹਾਂ ਭਗਤ ਰਵਿਦਾਸ ਜੀ ਦੀ ਗੱਲ ਕਰੀਏ, ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ, ਚਮਿਆਰਾਂ ਦੇ ਘਰੇ ਪੈਦਾ ਹੋਣ ਵਾਲਾ ਭਗਤ ਰਵਿਦਾਸ, ਜਿਸ ਨੂੰ ਉਸ ਵੇਲੇ ਦੇ ਅਖੌਤੀ ਧਰਮ ਦੇ ਮੁਖੀ ਬ੍ਰਾਹਮਣ ਲੋਕ ਸ਼ੂਦਰ ਨੀਚ ਕਹਿ ਕੇ ਮੰਦਿਰਾਂ 'ਚ ਨਹੀਂ ਸੀ ਜਾਣ ਦਿੰਦੇ। ਅੱਜ ਉਹਨਾਂ ਬ੍ਰਾਹਮਣਾਂ ਨੂੰ ਕੋਈ ਨਹੀਂ ਜਾਣਦਾ ਤੇ ਭਗਤ ਜੀ ਨੂੰ ਸਾਰੇ ਜਾਣਦੇ ਆ। ਕੋ ਸਤਨਾਮ ਸਿੰਘ। ਇਹ ਨਾਮ ਦੀ ਮਹਿਮਾ ਹੈ। ਮੀਰਾ ਬਾਈ ਰਵਿਦਾਸ ਜੀ ਦੀ ਭਗਤਨੀ ਹੋਈ ਆ, ਸੇਵਕਾ ਹੋਈ ਆ, ਉਹਨੂੰ ਜਾਣਦੇ ਆ। ਪਰ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹਨਾਂ ਨੂੰ ਕੋਈ ਨਹੀਂ ਜਾਣਦਾ ਜੀ। ਬਾਦਸ਼ਾਹ ਲਖ ਦੌਲਤਾਂ ਪਾਤਸ਼ਾਹਤ ਵਾਲਾ। ਪ੍ਰੀਤਮ ਜੀ ਕਹਿੰਦੇ ਵੱਡੇ ਵੱਡੇ ਰਾਜੇ ਹੋਏ ਐ ਜਿਨ੍ਹਾਂ ਨੇ ਲੱਖਾਂ ਦੀ ਗਿਣਤੀ ਵਿੱਚ ਦੌਲਤਾਂ ਇਕੱਠੀਆਂ ਕੀਤੀਆਂ, ਪਾਤਸ਼ਾਹੀ ਰਾਜ ਭਾਗ ਸਾਂਭੇ ਹਨ। ਜਾਣਤ ਕੋ ਨਹੀਂ ਹੋਤੇ ਇਸ ਕਾਲਾ। ਉਹਨਾਂ ਨੂੰ ਅੱਜ ਕੋਈ ਵੀ ਨਹੀਂ ਜਾਣਦਾ ਕਦੋਂ ਹੋਏ ਤੇ ਕਿੱਧਰ ਨੂੰ ਗਏ। ਭਗਤ ਕਬੀਰ ਸਾਹਿਬ ਜੀ ਨੂੰ, ਭਗਤ ਰਵਿਦਾਸ ਜਿਨ੍ਹਾਂ ਨੂੰ ਸਤਿਗੁਰੂ ਨਾਨਕ ਦੇਵ, ਗੁਰੂ ਅਰਜਨ ਦੇਵ ਜੀ ਨੇ ਅਮਰ ਕਰ ਦਿੱਤਾ ਗੁਰਬਾਣੀ ਵਿੱਚ ਨਾਲ ਬਿਠਾ ਕੇ। ਹੁਣ ਰਹਿੰਦੀ ਦੁਨੀਆ ਤੱਕ ਦੁਨੀਆ ਇਹਨਾਂ ਭਗਤਾਂ ਨੂੰ ਜਾਣਦੀ ਰਹੇਗੀ। ਦੇਖੋ ਮਹਿਮਾ ਨਾਮ ਕੀ ਜਪ ਜਪਿਉ ਜੁਲਾਹੇ। ਇਸ ਕਰਕੇ ਦੇਖੋ ਨਾਮ ਦੀ ਮਹਿਮਾ। ਇੱਕ ਜੁਲਾਹੇ ਨੇ ਨਾਮ ਜਪਿਆ ਜਦ। ਪੰਡਤ ਵੈਦ ਸਜੋਤ ਕੀ ਸ਼ਾਸੋ ਪਾਤਸ਼ਾਹੀ। ਉਹਨਾਂ ਰਾਜਿਆਂ ਦੇ ਸਮੇਂ ਦੇ ਵੈਦ, ਉਹਨਾਂ ਦੇ ਰਾਜ ਜੋਤ ਸੀ, ਉਹਨਾਂ ਦੇ ਰਾਜ ਪੰਡਤ ਕਿੰਨੇ ਲੋਕ ਹੋਏ ਹੋਣਗੇ। ਭਏ ਹਜ਼ਾਰੋ ਜਾਣੀਐ ਪਰ ਜਾਏ ਨ ਜਾਣੈ। ਔਰ ਹਜ਼ਾਰਾਂ ਦੀ ਗਿਣਤੀ ਵਿੱਚ ਰਾਜੇ ਹੋਏ ਪਰ ਕੋਈ ਨਹੀਂ ਜਾਣਦਾ। ਅੱਜ ਸਭ ਭੁੱਲ ਗਏ। 10ਵੇਂ ਪ੍ਰੀਤਮ ਜੀ ਸਵਈਆਂ ਵਿੱਚ ਲਿਖਦੇ ਨੇ, ਮਾਤੇ ਮਤੰਗ ਜਰੇ ਜਰ ਸੰਗੇ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤਰੰਗ ਕੁਰੰਗ ਸੇ ਕੋਦਤ ਮਿਰਗਾ ਵਾਂਗੂ ਭੱਜਣ ਵਾਲੇ ਘੋੜੇ ਜਿਨ੍ਹਾਂ ਕੋਲ ਹਜ਼ਾਰਾਂ। ਕੋਟ ਤਰੰਗ ਕੁਰੰਗ ਸੇ ਕੋਦਤ ਪਾਉਣ ਕੇ ਗਾਉਣ ਕੋ ਹਵਾ ਨੂੰ ਗੰਢਾਂ ਦਿੰਦੇ ਜਾਂਦੇ ਆ। ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਏਤੇ ਭੈ ਤੋਂ ਕਹਾਂ ਪੈ ਭੂਪਤ। ਰਾਜਾ ਸਾਹਿਬ ਐਡੇ ਐਡੇ ਹੋ ਕੇ ਚਲੇ ਗਏ, ਆਪਾਂ ਕਿਹਦੇ ਵਿਚਾਰੇ ਆ। ਇਤੇ ਪੈ ਤੋਂ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਔਰ ਅੱਜ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ। ਮੇਰੇ ਪ੍ਰੀਤਮ ਜੀ ਕਹਿੰਦੇ ਪਰ ਧੰਨ ਹੈ ਉਹ ਜੁਲਾਹਾ ਜਿਸ ਨੇ ਪਰਮੇਸ਼ਰ ਨਾਲ ਜੁੜਨਾ ਕੀਤਾ ਜੇ। ਨਾਮ ਪ੍ਰਤਾਪ ਕਬੀਰ ਕੋ ਜਾਣੇ ਸਭ ਗਿਆਨੇ। ਇਹ ਨਾਮ ਦਾ ਹੀ ਪ੍ਰਤਾਪ ਹੈ ਤੇ ਸਾਰੀ ਦੁਨੀਆ ਜਾਣਦੀ ਹੈ। ਤੇ ਦੂਜੇ ਪਾਸੇ ਇਹਦੇ ਐਂਟੀ ਗੱਲ ਕਰ ਲਈਏ, ਜਪਜੀ ਸਾਹਿਬ ਚੋਂ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵੀ ਜਾਣੀਐ ਨਾਲ ਚੱਲੇ ਸਭ ਕੋਏ। ਚੰਗਾ ਨੌਰ ਖਾਏ ਕੇ ਜਸ ਕੀਤ ਜਗ ਲੈ, ਜੇ ਤਿਸ ਨਜ਼ਰ ਨਾ ਆਵੀ ਤੇ ਬਾਤ ਨਾ ਪੁੱਛੈ ਕੇ ਤੇ ਅਗਲਾ ਜੀਵਨ
ਕੀਟਾ ਅੰਦਰ ਕੀਟ ਕਰ, ਕੀੜਿਆਂ ਦੇ ਵਿੱਚ ਕੀੜਾ ਪਾ ਦੇਣਾ, ਜਿਵੇਂ ਕੁੱਤੇ ਦੇ ਜ਼ਖਮ ਵਿੱਚ ਅੱਗੇ ਕੀੜੇ ਪੈ ਜਾਣ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਜੇ ਕੋਈ ਸਿਮਰੇ, ਨਾਨਕ ਨਿਰਗੁਣ ਗੁਣ ਕਰੇ। ਔਰ ਜਿਨ੍ਹਾਂ ਵਿੱਚ ਕੋਈ ਗੁਣ ਨਹੀਂ, ਉਹਨਾਂ ਦੇ ਵਿੱਚ ਗੁਣ ਭਰ ਦਿੰਦਾ ਹੈ। ਔਗੁਣਹਾਰਿਆਂ ਨੂੰ ਗੁਣੀ ਬਣਾ ਦਿੰਦਾ ਹੈ। ਗੁਣਵੰਤੀਆਂ ਗੁਣ ਦੇ, ਜਿਨ੍ਹਾਂ ਵਿੱਚ ਪਹਿਲਾਂ ਗੁਣ ਹੋਵੇ ਉਹਨਾਂ ਦੇ ਗੁਣ ਨੂੰ ਹੋਰ ਪ੍ਰਫੁੱਲਿਤ ਕਰਦਾ, ਵਧਾ ਦਿੰਦਾ ਹੈ। ਐਸਾ ਮੇਰਾ ਮਾਲਕ ਹੈ। ਇਸ ਕਰਕੇ ਦੇਖੋ ਸੰਸਾਰ ਦੇ ਵਿੱਚ ਐਸੇ ਭਗਤ ਹੋਏ, ਉਹਨਾਂ ਨੂੰ ਸਾਰੀ ਦੁਨੀਆ ਜਾਣਦੀ ਹੈ, ਰਾਜਿਆਂ ਨੂੰ ਕੋਈ ਨਹੀਂ ਜਾਣਦਾ ਜੀ। ਸੰਸਾਰ ਦੇ ਵਿੱਚ ਹੋਰ ਬਹੁਤ ਲੋਕ ਹੈ, ਜਪ ਕਰਨ ਵਾਲੇ, ਤਪ ਕਰਨ ਵਾਲੇ, ਗਿਆਨੀ ਧਿਆਨੀ ਗੁਣੀ ਗ੍ਰਸਤੀ ਲੋਕ। ਪਰ ਕਮਾਲ ਦੀ ਗੱਲ ਹੈ ਕਿ ਕਬੀਰ ਸਾਹਿਬ ਦੇ ਪਰਿਵਾਰ ਨੂੰ ਵੀ ਦੁਨੀਆ ਜਾਣਦੀ ਹੈ। ਵੀ ਇੱਕੋ ਦੀ ਘਰ ਵਾਲੀ ਜਿਸ ਦਾ ਨਾਮ ਲੋਈ ਸੀ, ਤੇ ਪੁੱਤਰ ਕਮਾਲਾ ਤੇ ਧੀ ਕਮਾਲੀ ਸੀ, ਉਹਨਾਂ ਦੇ ਸਾਰੇ ਪਰਿਵਾਰ ਨੂੰ ਦੁਨੀਆ ਜਾਣਦੀ ਆ। ਔਰ ਫਿਰ ਵੱਡਾ ਕੌਣ ਹੋਇਆ? ਨਾਮ। ਜਿਸ ਨਾਮ ਨੇ ਕਬੀਰ ਸਾਹਿਬ ਨੂੰ ਇੰਨੀ ਵਡਿਆਈ ਦਿੱਤੀ ਆ, ਕਬੀਰ ਸਾਹਿਬ ਨੇ ਵੀ ਉਸ ਨਾਮ ਨਾਲ ਪਿਆਰ ਪਾਇਆ। ਉਹ ਨਾਮ ਦੀ ਮਹਿਮਾ ਇੱਥੇ ਉਹਨਾਂ ਦੀ ਜਾਣਕਾਰੀ ਦੇ ਰਹੀ ਹੈ, ਉੱਥੇ ਉਹਨਾਂ ਦਾ ਸਾਥ ਦੇ ਰਹੀ ਹੈ। ਲੋਕ ਸੁਖੀਆ ਤੇ ਪਰਲੋਕ ਸੁਹੇਲਾ ਕਰ ਦਿੱਤਾ ਇਸ ਨਾਮ ਨੇ। ਕਿਤਨੀ ਮਹਿਮਾ ਫਿਰ ਨਾਮ ਦੀ ਹਿਸਾਬ ਲਾ ਲਓ। ਇਸ ਕਰਕੇ ਨਾਮ ਸਿਮਰਨ ਵਾਲਿਆਂ ਦੇ ਬਰਾਬਰ ਕੋਈ ਨਹੀਂ ਪਹੁੰਚਦਾ। ਔਰ ਕੋਈ ਵੀ ਐਸਾ ਨਹੀਂ ਹੋਇਆ ਕੋਈ ਨਾਮ ਜਪਣ ਵਾਲਿਆਂ ਤੋਂ ਵੱਡਾ ਹੋਇਆ ਹੋਵੇ। ਪੁੱਛੋ ਬ੍ਰਹਮੈ ਨਾਰਦੈ ਗੁਰ ਬਿਨ ਤਰਿਆ ਨਾ ਕੋਏ। ਨਾਮ ਦੀ ਮਹਿਮਾ ਸਭ ਤੋਂ ਵੱਡੀ ਹੈ। ਨਾ ਪਹਿਲਾਂ ਕੋਈ ਹੋਇਆ ਤੇ ਨਾ ਅੱਗੇ ਹੋਵੇਗਾ ਨਾਮ ਤੋਂ ਬਗੈਰ ਵੱਡਾ। ਪਰ ਫਿਰ ਵੀ ਬੜਾ ਅਫਸੋਸ ਹੈ ਕਿ ਇਹ ਮੂਰਖ ਬੰਦਾ ਐਸੇ ਨਾਮ ਨੂੰ ਸਿਮਰਦਾ ਨਹੀਂਗਾ ਜਿਸ ਨਾਮ ਦੇ ਵਿੱਚ ਇੰਨੀ ਮਹਿਮਾ ਹੈ। ਜਿਸ ਸੁਖੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜੇ ਸੋਭਾ ਕੋ ਕਰੈ ਭਲੀ ਕਰਨੀ, ਵੀ ਦੁਨੀਆ ਮੈਨੂੰ ਯਾਦ ਕਰੇ। ਸਾ ਸੋਭਾ ਭਜ ਹਰ ਕੀ ਸਾਨੀ, ਨਾਮ ਜਪ ਲੈ ਸਾਰੀ ਦੁਨੀਆ ਯਾਦ ਕਰਦੀ ਰਹੂਗੀ ਤੈਨੂੰ। ਆ ਜੱਗ ਜੁਗ ਲੰਗਰ ਲੰਗਰ ਲਾਉਣੇ ਤਾਂ ਥੋੜੇ ਚਿਰ ਦੇ ਹੀ ਹੈ, ਬਸ ਥੋੜਾ ਦਿਨ ਦੁਨੀਆ ਯਾਦ ਕਰਦੀ ਹੈ। ਵੱਧ ਤੋਂ ਵੱਧ ਇੱਕ ਕੁੱਲ ਯਾਦ ਰਹਿੰਦਾ, ਦੂਜੀ ਕੁੱਲ ਤੀਜੀ ਕੁੱਲ ਦਾਦੇ ਪੜਦਾਦੇ ਦਾ ਨਾਂ ਕਿਸੇ ਬਿਰਲੇ ਬਿਰਲੇ ਨੂੰ ਯਾਦ ਹੈ। ਕੋ ਸਤਨਾਮ ਸੀ ਭੁੱਲ ਜਾਂਦਾ ਬੰਦਾ। ਪਰ ਭਗਤ ਜੀ ਨੂੰ ਹਜ਼ਾਰਾਂ ਸਾਲ ਹੋ ਗਏ ਨਾਮ ਜਪਣ ਵਾਲੀਆਂ ਰੂਹਾਂ ਨੂੰ, ਅੱਜ ਤੱਕ ਅਸੀਂ ਉਹਨਾਂ ਨੂੰ ਜਾਣਦੇ ਹਾਂ। ਕਿੱਡਾ ਮੂਰਖ ਹੈ ਮਨੁੱਖ, ਐਸੇ ਨਾਮ ਨਾਲ ਪ੍ਰੀਤੀ ਨਹੀਂ ਪਾਉਂਦਾ। ਸਿੱਖੋ ਉਹਨਾਂ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਹੈ ਜਿਹੜੇ ਨਾਮ ਨੂੰ ਛੱਡ ਕੇ ਧੰਦਿਆਂ ਵਿੱਚ ਫਸੇ ਹੋਏ ਹਨ। ਤਾਂ ਤੇ ਹਿਸਾਬ ਲਾ ਲਓ ਫਿਰ, ਜੇ ਕਿਸੇ ਬਾਣੀਆਂ ਨੂੰ ਰੋਜ਼ ਦਾ 24,000 ਦਾ ਘਾਟਾ ਪੈ ਜੇ ਤੇ ਕਿੰਨਾ ਚਿਰ ਬਚੂਗਾ ਉਹ। ਕੋ ਸਤਨਾਮ ਸੀ। ਤੇ ਆਪਾਂ ਨੂੰ ਵੀ ਪੈਂਦਾ ਹੈ। ਖੂਹਾਂ ਦੇ ਖੂਹ ਖਾਲੀ ਹੋ ਜਾਂਦੇ ਆ ਮਾਇਆ ਦੇ ਭਰੇ, ਤੇ ਇਸ ਵਾਸਤੇ ਫਿਰ ਗਿਣਤੀ ਦੇ ਪਾਏ ਹੋਏ ਆ ਵੀ ਮੁੱਕਦੇ ਜਾ ਰਹੇ ਨੇ। ਇਸ ਕਰਕੇ ਪਾਤਸ਼ਾਹ ਕਹਿੰਦੇ ਇਹ ਜ਼ਿੰਦਗੀ ਕਿੰਨਾ ਕੁ ਸਿਰ ਹੈ, ਜਿੰਨਾ ਚਿਰ ਹੈ ਨਾਮ ਜਪ ਲਓ, ਨਹੀਂ ਤਾਂ ਤੁਹਾਨੂੰ ਬਹੁਤ ਵੱਡਾ ਘਾਟਾ ਪੈ ਰਿਹਾ। ਕਿੱਡਾ ਵੱਡਾ ਘਾਟਾ ਪੈ ਰਿਹਾ। कबीर साहब जी ने पूछिए तो कहते कबीर कहता हूँ कह जाता हूँ, कहता हूँ ढोल बजाए, तीन लोक का मोल है सवासा, बिरथा जाए एमी जा रहे है। इस करके गुरु कृपा करन। कबीर ते समय बादशाह शकंदर होया। शकंदर लोधी जिहदा बड़ा प्रताप से। ਉਹਨੇ ਵੀ ਇੱਕ ਵਾਰੀ ਚੱਕਰਵਰਤੀ ਰਾਜ ਬਣਾ ਲਿਆ ਸੀਗਾ, ਛਤਰਪਤੀ ਬਣ ਗਿਆ ਸੀ। ਸਾਰੇ ਸੰਸਾਰ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਉਹਦਾ ਰਾਜ ਹੋ ਗਿਆ ਸੀ। ਇੱਕ ਥਾਂ ਤੇ ਉਹ ਸਿਕੰਦਰ ਰਾਜੇ ਨੇ
ਭਗਤ ਕਬੀਰ ਦੀ ਜਦੋਂ ਕਰਾਮਾਤੀ ਸ਼ਕਤੀ ਵੇਖੀ, ਈਨ ਬੰਧਨ ਇਕ ਹੋਏ ਕਰ ਕਦਮ ਸਲਾਮੋ। ਦੇਖ ਲੋ, ਜਿਸ ਸਿਕੰਦਰ ਨੇ ਸਾਰਾ ਹਿੰਦੁਸਤਾਨ ਜਿੱਤ ਲਿਆ ਸੀਗਾ, ਉਹ ਸਿਕੰਦਰ ਕਬੀਰ ਦੇ ਪੈਰਾਂ 'ਚ ਡਿੱਗਿਆ ਜਾ ਕੇ। ਕੋ ਸਤਨਾਮ। ਫਿਰ ਵੱਡਾ ਕੌਣ ਹੋਇਆ? ਨਾਮ ਜਪਣ ਵਾਲਾ। ਕੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ, ਦੇਖੋ ਉਸ ਦੁਨੀਆ ਦੇ ਰਾਜੇ ਨੇ ਕਬੀਰ ਸਾਹਿਬ ਦੀ ਕਰਾਮਾਤੀ ਸ਼ਕਤੀ ਦੇਖ ਕੇ ਉਹਦੇ ਪੈਰੀ ਪੈਣਾ ਕੀਤਾ। ਆ ਰਾਜਾ ਫਰੀਦਕੋਟ ਦਾ ਹੋਇਆ, ਮੇਲਾ ਚੱਲ ਰਿਹਾ ਬਾਬਾ ਫਰੀਦ ਜੀ ਦਾ, ਅੱਜ ਕੱਲ੍ਹ ਸਾਲ ਬਾਅਦ ਲੱਗਦਾ। ਤਾਂ ਗੁਰੂ ਪਿਆਰਿਓ, ਇਸ ਰਾਜੇ ਨੇ ਕਿਲ੍ਹਾ ਬਣਾਉਣ ਵਾਸਤੇ ਇਸ ਇਲਾਕੇ ਦੇ ਸਾਰੇ ਮਜ਼ਦੂਰਾਂ ਨੂੰ ਲਾਤਾ, ਚਲੋ ਵੀ ਸਾਰੇ ਮਿੱਟੀ ਭਰੋ, ਜਿਵੇਂ ਆ ਕੰਧਾਂ 'ਚ ਮਿੱਟੀ ਭਰੀ ਹੋਈ ਹੈ ਕਿਲ੍ਹਾ ਬਣਾਉਣ ਵਾਸਤੇ। ਬਾਬਾ ਫਰੀਦ ਵੀ ਲਾ ਦਿੱਤਾ ਵਿੱਚ ਸਾਧ ਆਪਣਾ ਇੱਕ ਮਨੁੱਖ ਜਾਣ ਕੇ। ਪਰ ਜਦ ਕੁਝ ਸਿਪਾਹੀਆਂ ਨੇ ਦੇਖਿਆ ਕਿ ਬਾਬੇ ਦੀ ਟੋਕਰੀ ਜਿਹੜੀ ਹੈ ਸਿਰ ਤੋਂ ਗਿੱਠ ਉੱਚੀ ਚੱਲ ਰਹੀ ਹੈ, ਬਾਬਾ ਆਰਾਮ ਨਾਲ ਥੱਲੇ ਤੁਰਿਆ ਜਾ ਰਿਹਾ, ਟੋਕਰੀ ਉੱਤੇ ਤੁਰੀ ਜਾ ਰਹੀ ਹੈ। ਤੇ ਜਦੋਂ ਉਸ ਰਾਜੇ ਨੂੰ ਪਤਾ ਲੱਗਿਆ ਵੀ ਇਹ ਤਾਂ ਕੋਈ ਫਕੀਰ ਹੈ, ਰੱਬ ਦਾ ਪਿਆਰਾ, ਪਹੁੰਚੀ ਹੋਈ ਰੂਹ ਹੈ, ਉਹ ਰਾਜਾ ਭੱਜ ਕੇ ਆ ਕੇ ਬਾਬੇ ਫਰੀਦ ਦੇ ਚਰਨੀ ਪੈ ਗਿਆ। ਮਹਾਰਾਜ ਮੈਨੂੰ ਪਤਾ ਨਹੀਂ ਸੀ, ਤੁਸੀਂ ਤਾਂ ਫਕਰ ਹੋ, ਛੱਡੋ ਇਹ ਸੇਵਾ। ਨਹੀਂ ਨਹੀਂ ਰਾਜਾ ਸਾਹਿਬ, ਕੋਈ ਗੱਲ ਨਹੀਂ, ਤੂੰ ਸਾਡਾ ਰਾਜਾ ਹੈ। ਨਹੀਂ ਨਹੀਂ ਮਹਾਰਾਜ, ਤੁਹਾਡੇ ਤੋਂ ਇਹ ਕੰਮ ਨਹੀਂ ਕਰਾਉਣਾ, ਤੁਸੀਂ ਤਾਂ ਮੇਰਾ ਪੂਜਿਆ ਯੋਗ ਹੋ ਗਏ, ਤਾਂ ਤੁਸੀਂ ਤਾਂ ਮਾਲਕ ਹੋ ਮੇਰੇ। ਤੇ ਫਿਰ ਰਾਜੇ ਨੇ ਸ਼ਹਿਰ ਦਾ ਨਾਮ ਫਰੀਦਕੋਟ ਬਾਬੇ ਦੇ ਨਾਨਕ ਦੇ ਬਾਬੇ ਫਰੀਦ ਜੀ ਦੇ ਨਾਮ 'ਤੇ ਰੱਖਣਾ ਕੀਤਾ ਸੀ। ਕੋ ਸਤਨਾਮ ਸ੍ਰੀ ਵਾਹਿਗੁਰੂ। ਤੋ ਇਸ ਕਰਕੇ ਨਾਮ ਜਪਣ ਵਾਲਿਆਂ ਦੀ ਮਹਿਮਾ ਸਤਿਗੁਰਾਂ ਨੇ ਦੱਸਣੇ ਕੀਤੇ ਜੇ। ਔਰ ਕਿੱਥੇ ਜਲਾਹਾ ਗਰੀਬ ਤੇ ਕਿੱਥੇ ਵੱਡੇ ਵੱਡੇ ਰਾਜੇ ਸਿਕੰਦਰ ਵਰਗੇ। ਤਾਂ ਤੇ ਸਿੱਖੋ, ਮੈਂ ਤੁਹਾਨੂੰ ਇਹ ਉਦਾਹਰਨ ਐਡੀ ਵੱਡੀ ਕਹਾਣੀ ਤਾਂ ਬਣਾ ਕੇ ਸੁਣਾਈ ਹੈ ਕਿ ਸਿਮਰਨ ਕਰਿਆ ਕਰੋ ਨਾਮ ਦਾ। ਕੋਈ ਗੁਰ ਕਾ ਸਿੱਖ ਪੜ ਸਭ ਦੀ ਖਬਰਾਂ। ਮੈਨੂੰ ਉਹੀ ਬਹੁਤਾ ਪਿਆਰਾ ਲੱਗਦਾ, ਮਨੋਹਰ ਲੱਗਦਾ, ਸਿਆਣਾ ਸਿੱਖ ਲੱਗਦਾ ਹੈ ਜਿਹੜਾ ਨਾਮ ਨਾਲ ਜੁੜਦਾ ਹੈ। ਮੁਕਤੀ ਕੈ ਮਨ ਤੇ ਸਦਾ ਦੇਵ ਨਾਮ ਲਗਾਵੇ। ਜਿਵੇਂ ਵੀ ਕੀਤਾ ਜਾਵੇ, ਜੇ ਗੁਪਤ ਹੋ ਸਕਦਾ ਤੇ ਗੁਪਤ ਕਰੋ, ਮਨ ਕਰਕੇ ਧਿਆਨ ਜੋੜਿਆ ਕਰੋ, ਨਹੀਂ ਤਾਂ ਫਿਰ ਉੱਚੀ ਬੋਲ ਕੇ ਜਪਿਆ ਕਰੋ ਜੀ। ਹੱਥਾਂ ਦੇ ਕਰ ਟਹਿਲ ਕੇ ਸਿੱਖ ਸੰਤ ਰਜਾਵੇ। ਔਰ ਹੱਥਾਂ ਦੇ ਨਾਲ ਨਾਮ ਜਪਣ ਵਾਲੀਆਂ ਰੂਹਾਂ ਦੀ, ਸਾਧੂਆਂ ਸੰਤਾਂ ਦੀ, ਸਿੱਖਾਂ ਦੀ ਸੇਵਾ ਕਰਕੇ ਉਹਨਾਂ ਦੀਆਂ ਖੁਸ਼ੀਆਂ ਵੀ ਲਿਆ ਕਰੋ। ਉਹ ਮਮ ਪਿਆਰੀ ਅਲਕ ਹੈ ਬਸ ਰਹੀ ਸਦੀਵਾ। ਬਸ ਮੈਂ ਤਾਂ ਆਪਣੇ ਪਿਆਰਿਆਂ ਦੇ ਵਸ ਹਾਂ, ਮੇਰੀ ਬਾਂਦੀ ਭਗਤ ਚੜਾਵੇ, ਬਾਂਧੈ ਭਗਤ ਨ ਛੂਟੈ ਮੋਹੇ, ਇੱਕ ਸਮੇਂ ਮੋਕੋ ਗਏ ਬਾਂਧੇ ਤੌਫਨ ਮੋਪੈ, ਜਵਾਬ ਨਾ ਹੋਏ। ਇਸ ਕਰਕੇ ਮੈਂ ਆਪਣੇ ਪਿਆਰਿਆਂ ਦੇ ਵਸ ਹਾਂ। ਕਿਸੇ ਸਿੱਖ ਨੇ ਪੁੱਛਿਆ, ਮਹਾਰਾਜ ਤੁਸੀਂ ਜਦੋਂ ਕਿਰਪਾ ਕਰਦੇ ਹੋ ਕਿਵੇਂ ਕਰਦੇ ਹੋ, ਕਿੰਨੀ ਕੁ ਕਰਦੇ ਹੋ? ਕਹਿੰਦੇ ਸਿੱਖੋ, ਜਦੋਂ ਮੈਂ ਖੁਸ਼ ਹੁੰਦਾ ਕਿਸੇ ਸਿੱਖ ਤੇ ਮੈਂ ਉਸ 'ਤੇ ਕਿਰਪਾ ਕਰਦਾ, ਜਦੋਂ ਤੇ ਉਹਦੇ ਘਰੇ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਣ ਭੇਜ ਦਿੰਦਾ। ਮਰਜ ਹੋਰ ਬਹੁਤੀ ਖੁਸ਼ੀ ਹੋ ਜੇ 3 ਸਿੱਖ ਭੇਜ ਦਿੰਦਾ। ਇਹ ਤੋਂ ਵੱਧ ਵੀ ਹੈ? ਮਹਾਰਾਜ ਕਹਿੰਦੇ ਹਾਂ, 5 ਨੂੰ ਭੇਜ ਦਿੰਦਾ। ਅੱਛਾ ਮਹਾਰਾਜ, ਇਦੋਂ ਜ਼ਿਆਦਾ? ਇਦੋਂ ਜ਼ਿਆਦਾ ਤਾਂ ਫਿਰ ਮੈਂ ਅੰਮ੍ਰਿਤ ਦੇ ਕੇ, ਨਾਮ ਦੀ ਦਾਤ ਦੇ ਕੇ ਮੈਂ ਉਹਨੂੰ ਆਪ ਦਾ ਰੂਪ ਹੀ ਕਰ ਲੈਣਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਮੈਂ ਉਹਨੂੰ ਆਪਣਾ ਸਿੱਖ ਬਣਾ ਕੇ ਆਪਣੇ ਵਿੱਚ ਹੀ ਮਿਲਾ ਲੈਣਾ। ਜਦ ਮੇਰੀ ਫੁੱਲ ਖੁਸ਼ੀ ਹੁੰਦੀ ਹੈ, ਫੁੱਲ ਕਿਰਪਾ ਜਦ ਹੁੰਦੀ ਹੈ, ਬਾਬਾ ਜੀ ਕਹਿੰਦੇ ਫਿਰ ਮੈਂ ਇੱਦਾਂ ਕਰਦਾ ਹਾਂ। ਤਾਂ ਤੇ ਸਿੱਖੋ, ਮੈਂ ਆਪਣੇ ਉਹਨਾਂ ਪਿਆਰਿਆਂ ਦੇ ਵਸ ਹਾਂ। ਕਿਤਨੀਆਂ ਸਾਖੀਆਂ ਸੁਣਾਵਾਂ ਇਤਿਹਾਸ ਵਿੱਚੋਂ ਐਸੀਆਂ ਵਸ ਕਰਨ ਵਾਲੀਆਂ। ਹਰਗੋਬਿੰਦ ਸਾਹਿਬ ਜੀ ਨੂੰ ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਦਾ ਪਾਠ ਹੀ ਸੁਣਾਇਆ ਸੀ, ਧਿਆਨ ਜੋੜ ਕੇ, ਲਿਵ ਲਾ ਕੇ, ਤੇ ਪਾਤਸ਼ਾਹ ਸਭ ਕੁਝ ਦੇਣ ਨੂੰ ਤਿਆਰ ਹੋ ਗਏ ਸੀ। ਕੋ ਸਤਨਾਮ। ਗੁਰਤਾ ਗੱਦੀ ਤੱਕ ਦੇਣ ਨੂੰ ਤਿਆਰ ਸੀ, ਆਉਣ ਵਾਲੇ ਸਮੇਂ ਦਾ ਗੁਰੂ ਬਣਾਉਣ ਨੂੰ ਤਿਆਰ ਸੀ। ਪਰ ਉਹ ਤਾਂ ਭਾਈ ਗੋਪਾਲੇ ਦਾ, ਗੁਰੂ ਪਿਆਰਿਓ, ਖਿਆਲ ਹੱਲ ਗਿਆ ਜਦੋਂ ਗੁਰੂ ਸਾਹਿਬ ਆਸਣ ਤੋਂ ਉੱਠ ਕੇ ਉਹਨੂੰ ਬਿਠਾਉਣ ਦੀ ਤਿਆਰੀ ਕਰਨ ਲੱਗੇ। ਕੋ ਸਤਨਾਮ ਸੀ। ਪਰ ਗੁਰੂ ਕਿੰਨੀਆਂ ਖੁਸ਼ੀਆਂ ਬਖਸ਼ਦਾ ਹੈ, ਕੁਛ ਕਹਿ ਨਹੀਂ ਸਕਦੇ। ਕਹਿੰਦੇ ਬਸ ਮੈਂ ਤਾਂ ਉਹਨਾਂ ਦੇ ਵਸ ਵਿੱਚ ਹਾਂ ਜਿਹੜੇ ਮੈਨੂੰ ਜਪਦੇ ਹਨ। ਜਿਨ੍ਹਾਂ ਨੇ ਕਰਨੀ ਕਿਰਤ ਉੱਚੀ ਹੁੰਦੀ ਹੈ, ਨਾਮ
ਜਪਦੇ ਹਨ, ਮਨ ਨੀਵਾਂ ਰੱਖਦੇ ਆ, ਮਤ ਉੱਚੀ ਰੱਖਦੇ ਹਨ। ਅਹੰਤਾ ਕੋ ਤਿਆਗ ਕਰ ਬ੍ਰਹਮੰਤਾ ਵੱਡੀ। ਸਰੀਰ ਦਾ ਹੰਕਾਰ ਛੱਡ ਕੇ ਤਨ ਹੰਤਾ ਮੈਂ, ਫਲਾਨਾ ਸਿਓ ਧਿਉਂਕਾ ਸਿਓ, ਮੇਰੇ ਵਰਗਾ ਕਿਹੜਾ ਹੈ। ਇਸ ਚੀਜ਼ ਨੂੰ ਤਿਆਗ ਕੇ ਬ੍ਰਹਮ ਹੰਤਾ ਵਿੱਚ ਜਾਓ ਕਿ ਪਰਮੇਸ਼ਰ ਸਭ ਤੋਂ ਵੱਡਾ ਹੈ, ਮੈਂ ਉਹਦੀ ਅੰਸ਼ ਹਾਂ। ਇਸ ਗੱਲ ਨੂੰ ਯਾਦ ਰੱਖੋ। ਬ੍ਰਹਮ ਹੰਤਾ ਭਾਵ ਬ੍ਰਹਮ ਦੇ ਵਿੱਚ ਮਿਲਣਾ, ਪ੍ਰਭੂ ਦੇ ਸਰੂਪ ਨੂੰ ਜਾਣ ਕੇ ਉਹਦੇ ਵਿੱਚ ਮਿਲਣਾ। ਤੇ ਤਨ ਹੰਤਾ ਹੈ ਆਪਣੇ ਆਪ ਨੂੰ ਵੱਡਾ ਸਮਝਣਾ। ਇਹ ਹੰਕਾਰ ਛੱਡ ਕੇ ਮਾਲਕ ਵਿੱਚ ਮਿਲਣਾ ਚਾਹੀਏ ਜੀ। ਏਕ ਰੂਪ ਕੋ ਜਾਣ ਕਰ ਨਾਨਾ ਕਹਿ ਕਾਢੀ। ਇਸ ਕਰਕੇ ਇੱਕ ਪਰਮੇਸ਼ਰ ਨੂੰ ਜਾਣ ਕੇ ਦਿਮਾਗ ਵਿੱਚੋਂ ਨਾਨਾ ਮੰਤ ਕੱਢ ਦੇਵੇ, ਜਿਵੇਂ ਬਾਬੇ ਭਾਈ ਕਨ੍ਹਈਆ ਜੀ ਨੇ ਕੱਢ ਦਿੱਤਾ। ਜਲ ਛਕਾਉਂਦੇ ਹੋਏ ਸੰਗਤ ਨੂੰ, ਗੁਰੂ ਪਿਆਰਿਓ, ਜੰਗ ਦੇ ਮੈਦਾਨ ਵਿੱਚ ਫੌਜਾਂ ਨੂੰ ਜਲ ਛਕਾਉਂਦੇ ਹੋਏ ਇਹ ਨਹੀਂ ਵੇਖਦੇ ਕੋਈ ਦੁਸ਼ਮਣ ਹੈ ਕਿ ਮਿੱਤਰ ਹੈ। ਉਹਨਾਂ ਨੇ ਦਿਮਾਗ ਵਿੱਚੋਂ ਗੱਲ ਹੀ ਕੱਢ ਦਿੱਤੀ। ਤੇ ਜਦ ਸ਼ਿਕਾਇਤੀਆਂ ਦੇ ਸ਼ਿਕਾਇਤ ਲਾਉਣ ਤੇ ਪਾਤਸ਼ਾਹ ਜੀ ਨੇ ਪੁੱਛਿਆ, ਬਈ ਤੂੰ ਸਿੱਖਾ ਦੁਸ਼ਮਣ ਨੂੰ ਪਾਣੀ ਪਿਆ ਕੇ ਫੇਰ ਖੜੇ ਕਰ ਦੇਣਾ? ਕਹਿੰਦੇ ਨਾ ਮਹਾਰਾਜ, ਮੈਂ ਤਾਂ ਜ਼ਖਮੀਆਂ ਦੇ ਮੂੰਹ ਤੇ ਉਦਾਸੀ ਦੇਖਦਾ ਤੇ ਉਹਨਾਂ ਦਾ ਬੁੱਕ ਦੇਖਦਾ, ਤੇ ਜਦ ਮੈਂ ਚਿਹਰੇ ਵੱਲ ਦੇਖਦਾ, ਨੇਤਰਾਂ ਵੱਲ ਦੇਖਦਾ, ਤਾਂ ਮੈਨੂੰ ਤੁਹਾਡੇ ਉਹਦੇ 'ਚੋਂ ਤੁਹਾਡਾ ਸਰੂਪ ਦਿਸ ਲੱਗਦਾ। ਮੈਂ ਤਾਂ ਤੁਹਾਨੂੰ ਪਾਣੀ ਪਿਆਉਣਾ। ਤੇ ਗੁਰੂ ਪਿਆਰੋ, ਸੱਚ ਜਾਣਿਓ, ਜੇ ਰੈੱਡ ਕਰਾਸ ਦੀ ਨਿਉ ਰੱਖੀ ਹੈ ਤਾਂ ਜੰਗ ਦੇ ਮੈਦਾਨ 'ਚ ਭਾਈ ਕਨ੍ਹਈਆ ਜੀ ਨੇ ਰੱਖੀ ਆ। ਕਹੋ ਸਤਨਾਮ ਸੀ। ਕਈ ਕਹਿ ਦਿੰਦੇ ਆ ਜੀ ਅੰਗਰੇਜ਼ਾਂ ਨੇ ਰੱਖੀ, ਉਹਨੇ ਰੱਖੀ, ਫਲਾਣੇ ਰੱਖੀ, ਪਰ ਨਹੀਂ, ਗੁਰਮਤਿ ਅਨੁਸਾਰ ਤਾਂ ਭਾਈ ਕਨ੍ਹਈਆ ਜੀ ਨੇ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਪਾਣੀ ਪਿਆ ਕੇ ਰੈੱਡ ਕਰਾਸ ਦੀ ਨੀਂਹ ਰੱਖੀ ਹੈ, ਜਿਸ ਨੂੰ ਫਲ 10ਵੇਂ ਪਾਤਸ਼ਾਹ ਨੇ ਲਾਇਆ ਹੈ। ਕਹਿੰਦੇ ਚੰਗਾ ਮੈਨੂੰ ਪਾਣੀ ਪਿਆਉਣਾ ਹੈ ਤੇ ਅੱਜ ਤੋਂ ਮੱਲ੍ਹਾ ਪੱਟੀ ਵੀ ਕਰ ਦਿਆ ਕਰ, ਕੋਈ ਨਹੀਂ ਰੋਕੂਗਾ ਤੈਨੂੰ। ਕੋ ਸਤਨਾਮ ਸੀ। ਰੈੱਡ ਕਰਾਸ ਫਸਟ ਏਡ ਕਿਸੇ ਜ਼ਖਮੀ ਨੂੰ ਡਾਕਟਰ ਕੋਲੇ ਪਹੁੰਚਣ ਤੋਂ ਪਹਿਲਾਂ ਸੰਭਾਲਣਾ। ਕੱਚੀ ਪਿੱਲੀ ਜਿਵੇਂ ਵੀ ਹੋ ਸਕਦਾ ਖੂਨ ਬੰਦ ਕਰਕੇ ਉਸ ਨੂੰ ਫਸਟ ਏਡ ਦੇ ਕੇ, ਨਕਲੀ ਸਾਹ ਦੇ ਕੇ, ਜਿਵੇਂ ਜਿਵੇਂ ਕਰਕੇ ਉਹਨੂੰ ਡਾਕਟਰ ਤੱਕ ਪਹੁੰਚਾਉਣ ਦੇ ਕਾਰਜ ਨੂੰ ਰੈੱਡ ਕਰਾਸ ਕਹਿੰਦੇ ਆ, ਫਸਟ ਏਡ ਕਹਿੰਦੇ ਆ। ਇਹ ਬਾਬਾ ਕਨ੍ਹਈਆ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਆਰੰਭ ਕੀਤੀ। ਤਾਂ ਤੇ ਸਾਰਿਆਂ ਵਿੱਚ ਇੱਕ ਨੂੰ ਦੇਖੋ, ਨਾਨਾ ਛੱਡ ਕੇ, ਮਾਨਸ ਕੀ ਜਾਤ ਸਭੈ ਏਕੇ ਪਹਿਚਾਨਵੋ, ਕਰਤਾ ਕਰੀਮ ਸੋਈ ਰਾਜ ਕਰ ਰਹੀਮ ਉਹੀ, ਦੂਸਰੋ ਨਾ ਭੇਦ ਕੋਈ ਭੂਲ ਭਰਮ ਮਾਨਵੋ। ਜਾਣੇ ਸਾਚਾ ਏਕ ਹੈ, ਲਖ ਝੂਠ ਅਨੇਕ ਹੈ। ਹਾਂ, ਜੋ ਅਨੇਕਤਾ ਹੈ, ਭਾਵੇਂ ਕਿ ਅਨੇਕਤਾ ਵਿੱਚ ਏਕਤਾ ਹੈ, ਪਰ ਜਿਹੜਾ ਉਹ ਇੱਕ ਹੈ ਨਾ ਸਾਰਿਆਂ ਵਿੱਚ, ਉਹ ਤਾਂ ਸਦਾ ਰਹਿਣ ਵਾਲਾ ਹੈ। ਤੇ ਸਰੀਰ ਸਾਰੇ ਢਹਿਣ ਵਾਲੇ ਹਨ। ਜੇ ਬਾਡੀਆਂ ਨਾਲ ਜੁੜੀਏ ਤਾਂ ਇਹ ਸਾਰੀਆਂ ਖਤਮ ਹੋਣ ਵਾਲੀਆਂ, ਪਰ ਜੇ ਅੰਦਰਲੇ ਨਾਲ ਜੁੜੀਏ ਤੇ ਉਹ ਸਾਰਿਆਂ ਵਿੱਚ ਇੱਕੋ ਹੀ ਹੈ। ਇਸ ਕਰਕੇ ਅਨੇਕਤਾ ਨੂੰ ਛੱਡ ਕੇ ਇੱਕ ਨਾਲ ਜੁੜੀਏ, ਭਾਵੇਂ ਕਿ ਉਹ ਪਰਮੇਸ਼ਰ ਨੇ ਹੀ ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ ਦਾ ਰੂਪ ਧਾਰਿਆ। ਤੋ ਇਸ ਵਿਵੇਕ ਨੂੰ, ਇਸ ਵਿਚਾਰ ਨੂੰ ਦਿਮਾਗ ਵਿੱਚ ਰੱਖਣਾ ਕਰੋ ਕਿ ਜੋ ਦਿਸ ਰਿਹਾ ਇਹ ਸਭ ਖਤਮ ਹੋਣ ਵਾਲਾ, ਬਣਦਾ ਢਹਿੰਦਾ ਰਹਿੰਦਾ ਹੈ। ਓੰਕਾਰ ਆਦਿ ਮੈਂ ਜਾਨਾ, ਲਿਖਿ ਅਰ ਮੇਟੈ ਤਾਹੇ ਨਾ ਮਾਨਾ। ਜਿਹੜਾ ਬਣਦਾ ਢਹਿੰਦਾ ਇਹਨੂੰ ਮੈਂ ਨਹੀਂ ਮੰਨਦਾ, ਜਿਹੜਾ ਇਹਦੇ ਵਿੱਚ ਓੰਕਾਰ ਹੈ। ਜਿਸ ਤਰ੍ਹਾਂ ਕਬੀਰ ਸਾਹਿਬ ਜੀ ਦੋਜ ਦੀ ਤਿੱਥ ਵਿੱਚ ਕੀ ਕਹਿੰਦੇ ਹਨ ਕਿ ਮਹਾਰਾਜ ਪਰਮੇਸ਼ਰ ਨਾਲ ਕਿਵੇਂ ਜੁੜੀਏ। ਪਹਿਲਾਂ ਮੱਸਿਆ ਤੋਂ ਗੱਲ ਆਰੰਭ ਕਰਦੇ ਆ। ਮੱਸਿਆ ਦਾ ਮਤਲਬ ਅਗਿਆਨਤਾ ਦਾ ਹਨੇਰਾ। ਹਨੇਰੇ ਵਿੱਚ ਤੁਸੀਂ ਲਾਈਟ ਉਡੀਕਦੇ ਹੋ, ਅਗਿਆਨਤਾ ਵਿੱਚ ਦੀ ਲੋੜ ਹੈ, ਸਾਨੂੰ ਗਿਆਨ ਨੂੰ ਉਡੀਕਦੇ ਆ। ਚਾਨ ਚੱਕ ਲਾਈਟ ਭਾਜੇ, ਤੁਸੀਂ ਉਡੀਕਦੇ ਹੋ ਕਦੋਂ ਕੋਈ ਦੀਵਾ ਜਗਾਵੇ, ਮੋਮਬੱਤੀ ਜਗਾਵੇ, ਲਾਈਟ ਹੋਵੇ। ਮੱਸਿਆ ਕੀ ਹੈ? ਅਜੀ ਟੱਪੀ ਕੱਲ ਪਰਸੋਂ ਉਹ ਮੱਸਿਆ ਦੀ ਗੱਲ ਨਹੀਂ ਹੈਗੀ। ਅਗਿਆਨਤਾ ਦਾ ਹਨੇਰਾ ਸਾਡੇ ਅੰਦਰ ਜੋ ਪਸਰਿਆ ਹੋਇਆ ਹੈ। ਅਮਾਵਸ ਮੈਂ ਆਸ ਨਿਵਾਰੋ, ਅੰਤਰਜਾਮੀ ਰਾਮ ਸਮਹਾਰੋ। ਮੱਸਿਆ ਦੇ ਵਿੱਚ ਆਸ ਟੁੱਟ ਜਾਂਦੀ ਹੈ। ਹਨੇਰੇ ਵਿੱਚ ਰੋਟੀਆਂ ਵੀ ਥਾਂ ਤੇ ਖੜ ਜਾਂਦੇ ਆ, ਖਾਂਦੇ ਪਕਾਉਂਦੇ, ਮਸ਼ੀਨਾਂ ਵੀ ਖੜ ਜਾਂਦੀਆਂ, ਗੱਡੀਆਂ ਵੀ ਖੜ ਜਾਂਦੀਆਂ ਹਨੇਰੇ ਵਿੱਚ। ਉਸ ਵੇਲੇ ਇੱਕੋ ਹੀ ਆਸ ਹੁੰਦੀ ਹੈ, ਅੰਤਰਜਾਮੀ ਰਾਮ ਸਮਹਾਰੋ, ਅੰਦਰਲੇ ਮਾਲਕ ਨੂੰ ਯਾਦ ਕੀਤਾ ਜਾਵੇ। ਤਾਂ ਫਿਰ ਕੀ ਹੁੰਦਾ? ਉਸ ਇੱਕ ਨੂੰ ਯਾਦ ਕਰਨਾ। ਉਹ ਇੱਕ ਕੀ ਹੈ? ਕਬੀਰ ਸਾਹਿਬ ਨੂੰ ਪੁੱਛਿਆ ਤਾਂ ਕਹਿੰਦੇ ਪਰਬਾ ਪ੍ਰੀਤਮ ਕਰੋ ਵਿਚਾਰ। ਪਹਿਲੀ ਤਿੱਥ ਕਹਿੰਦੀ ਹੈ ਇੱਕ ਦੇ ਨਾਲ ਜੁੜੋ।
ਫਿਰ ਦੂਜੀ ਤਿੱਥ ਵਿੱਚ ਜਾ ਕੇ ਕਹਿੰਦੇ ਉਹਦੇ ਦੋ ਰੂਪ ਵੀ ਹੈ ਵੈਸੇ। ਦੁਤੀਆ ਦੋ ਕਰ ਜਾਣੈ ਅੰਗ, ਮਾਇਆ ਬ੍ਰਹਮ ਰਮੈ ਸਭ ਸੰਗ। ਬ੍ਰਹਮ ਵਿੱਚ ਹੈ ਤੇ ਮਾਇਆ ਬਾਹਰ ਕੁੜਤਾ ਪਾਇਆ ਹੋਇਆ ਮਾਇਆ ਦਾ ਬਣਾ ਕੇ। ਸਰੀਰ ਮਾਇਆ ਤੋਂ ਬਣਿਆ ਹੈ ਤੇ ਬ੍ਰਹਮ ਇਸ ਨੂੰ ਚਲਾਉਣ ਵਾਲਾ ਹੈ। ਮਾਇਆ ਬ੍ਰਹਮ ਰਮੈ ਸਭ ਸੰਗ। ਫਿਰ ਮਹਾਰਾਜ ਇਹ ਚੋਂ ਕਿਹਨੂੰ ਫੜੀਏ ਹੁਣ? ਮਾਇਆ ਨੂੰ ਫੜੀਏ ਜਾਂ ਬ੍ਰਹਮ ਨੂੰ ਫੜੀਏ? ਕਹਿੰਦੀ ਆਪਾਂ ਉਹਨੂੰ ਫੜੀਏ ਜਿਹੜਾ ਵੱਧਦਾ ਘਟਦਾ ਨਹੀਂ। ਸਰੀਰ ਤਾਂ ਵੱਧਦਾ ਘਟਦਾ, ਮਤਲਬ ਕਦੇ ਬੱਚਾ ਸੀ, ਕਦੇ ਬੁੱਢਾ ਹੋ ਗਿਆ, ਜਵਾਨ ਹੋ ਗਿਆ, ਕੋਈ ਸਤਨਾਮ ਸੀ। ਮਾਇਆ ਬ੍ਰਹਮ ਰਮੈ ਸਭ ਸੰਗ। ਅਸੀਂ ਕਿਹਨੂੰ ਜੁੜਨਾ? ਕਿਹਦੇ ਨਾਲ? ਨਾ ਉਹ ਬੜੈ ਨਾ ਘਟਦਾ ਜਾਏ। ਜਿਹੜਾ ਵੱਧਦਾ ਘਟਦਾ ਨਹੀਂ ਉਹ ਹੈ ਸਾਡਾ ਸਵਾਸ, ਸਾਡੀ ਜੀਵਾਤਮਾ, ਸਾਡੀ ਬ੍ਰਹਮ, ਸਾਡੀ ਚੇਤਨਾ, ਸਾਡਾ ਗਿਆਨ, ਸਾਡੀ ਸੁਰਤ। ਉਹ ਇੱਕ ਨਾਲ ਜੁੜਨ ਵਾਲੀ ਹੈ। ਆਦਿ ਪੁਰਖ ਮੈਂ ਰਹਿ ਸਮਾਏ। ਘਰ ਕਿਵੇਂ ਜੁੜੀਏ? ਤੀਜੇ ਬਚਨ 'ਚ ਕਹਿੰਦੇ ਤ੍ਰਿਤੀਆ ਤੀਨੇ ਸਮ ਕਰ ਲਿਆਵੇ, ਤਿੰਨਾਂ ਨੂੰ ਬਰਾਬਰ ਕਰ ਲਾ। ਹੁਣ ਇੱਥੇ ਵੀ ਆਪਾਂ ਤਿੰਨ ਜਣੇ ਆ, ਇੱਕ ਗੁਰੂ ਸਾਹਿਬ, ਇੱਕ ਤੁਸੀਂ ਤੇ ਇੱਕ ਦਾਸ, ਤਿੰਨ ਜਣੇ ਹੋ ਗਏ। ਕੋ ਸਤਨਾਮ ਸੀ। ਤੁਸੀਂ ਆਪੋ ਆਪ ਨੂੰ ਮੰਨ ਲਓ, ਤੁਸੀਂ ਇਕੱਲੇ ਇਕੱਲੇ, ਇੱਕ ਸੰਗਤ ਤੇ ਗੁਰੂ, ਤਿੰਨਾਂ ਵਿੱਚ ਹੀ ਪਰਮੇਸ਼ਰ ਵਸਦਾ ਹੈ। ਤ੍ਰਿਤੀਆ ਤੀਨੇ ਸਮ ਕਰ ਲਿਆਵੇ। ਹੋਰ ਨੇੜੇ ਆ ਜਾਓ। ਦੇਖਣ ਵਾਲਾ, ਸੁਣਨ ਵਾਲਾ ਤੇ ਬੋਲਣ ਵਾਲਾ, ਇਹਨਾਂ ਤਿੰਨਾਂ ਨੂੰ ਇੱਕ ਤੇ ਲੈ ਜਾਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬੋਲਣ ਵਾਲਾ ਬੋਲਿਆ, ਕੰਨਾਂ ਨੇ ਸੁਣਿਆ ਤੇ ਅੱਖਾਂ ਨੇ ਦੇਖਿਆ। ਜਿੱਥੇ ਵਾਹਿਗੁਰੂ ਆਵਾਜ਼ ਹੋ ਰਹੀ ਹੈ ਉੱਥੇ ਦੇਖਣਾ ਵੀ ਹੈ। ਇਹ ਤਿੰਨੇ ਜਦੋਂ ਇਕੱਠੇ ਹੋ ਗਏ, ਤ੍ਰਿਤੀਆ ਤੀਨੇ ਸਮ ਕਰ ਲਿਆਵੇ, ਆਨੰਦ ਮੂਲ ਪਰਮ ਪਦ ਪਾਵੇ। ਪਰ ਇਹ ਗੱਲ ਬਣਨੀ ਆ ਸੰਗਤ ਵਿੱਚ ਬੈਠ ਕੇ, ਕਿਉਂਕਿ ਗਿਆਨ ਇੱਥੋਂ ਹੀ ਮਿਲਣਾ ਹੈ। ਸਾਧ ਸੰਗਤ ਉਪਜੈ ਵਿਸ਼ਵਾਸ, ਘਟ ਮੈਂ ਖੇਲੇ ਅਘਟ ਅਪਾਰ। ਉਹ ਜਿਹਦਾ ਆਪਦਾ ਕੋਈ ਸਰੀਰ ਨਹੀਂ, ਉਹ ਤੇਰੇ ਵਿੱਚ ਹੀ ਖੇਡ ਰਿਹਾ ਹੈ। ਕੋ ਸਤਨਾਮ ਵਾਹਿਗੁਰੂ। ਮਹਾਰਾਜ ਕਮਾਲ ਕਰੀ ਜਾਂਦੇ ਆ। ਇਹ ਤਿੰਨੇ ਇਕੱਠੇ ਕਰਨੇ ਬੜੇ ਔਖੇ ਆ। ਕਹਿੰਦੇ ਇਹੀ ਤਾਂ ਵੱਡੀ ਗੱਲ ਹੈ। ਚੌਥਾ ਚੰਚਲ ਮਨ ਕੋ ਗਹੋ। ਪਹਿਲਾਂ ਇਹਨੂੰ ਭਜਦੇ ਨੂੰ ਰੋਕੋ, ਫੁਰਨਿਆਂ ਨੂੰ ਰੋਕੋ। ਸੰਗਤ ਵਿੱਚ ਬੈਠ ਕੇ ਕਾਮ ਕ੍ਰੋਧ ਸੰਗ ਕਬੂ ਨਾ ਬਹੋ। ਤੁਸੀਂ ਇੱਥੇ ਬੈਠੇ ਹੋ ਨਾ, ਹੋ ਸਕਦਾ ਬਾਹਰੀ ਤੌਰ ਤੇ ਤੁਹਾਡਾ ਕੋਈ ਦੁਸ਼ਮਣ ਵੀ ਬੈਠਾ ਹੋਵੇ, ਪਰ ਇੱਥੇ ਕ੍ਰੋਧ ਨਹੀਂ ਕਰਨਾ ਅੰਦਰ ਆ ਕੇ। ਕੋ ਸਤਨਾਮ ਸੀ। ਚੌਥਾ ਚੰਚਲ ਮਨ ਕੋ ਗਹੋ, ਕਾਮ ਕ੍ਰੋਧ ਸੰਗ ਕਬੂ ਨਾ ਬਹੋ। ਇੱਥੇ ਬਹਿ ਕੇ ਕਰਨਾ ਕੀ ਹੈ? ਆਪੇ ਜਪੋ ਆਪਣਾ ਜਾਪ। ਗੱਲ ਫਿਰ ਉੱਥੇ ਆ ਗਈ। ਤਿੰਨਾਂ ਨੂੰ ਇਕੱਠੇ ਕਰੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪੇ ਜਪੋ ਆਪਣਾ ਜਾਪ। ਇਸ ਕਰਕੇ ਗੁਰੂ ਪਿਆਰਿਓ, ਇਸ ਤਰ੍ਹਾਂ 15 ਤਿੱਥਾਂ ਦੇ ਵਿੱਚ ਕਬੀਰ ਸਾਹਿਬ ਜੀ ਨੇ ਕਮਾਲ ਕਰਤੀ। ਅਖੀਰ ਤੇ ਜਾ ਕੇ ਕਹਿੰਦੇ ਹਨ, ਤੇਰ ਸਤੇਰ ਅਗਮ ਬਖਾਣ, ਅਰਧ ਉਰਧ ਧਰਤੀ ਤੋਂ ਆਕਾਸ਼ ਤੱਕ ਸਮ ਪਹਿਚਾਨ। 14 14 ਲੋਕ ਮਝਾਰ, ਰੋਮ ਰੋਮ ਮੈਂ ਬਸੈ ਮੁਰਾਰ। ਅਖੀਰ ਤੇ ਜਾ ਕੇ ਕਹਿੰਦੇ ਮੈਂ ਤਾਂ ਉਸ ਇੱਕ ਨਾਲ ਇੱਕ ਮਿਕ ਹੋ ਗਿਆ। 15ਵੀਂ ਤਿੱਥ ਵਿੱਚ ਜਾ ਕੇ ਕਹਿੰਦੇ ਪੂਰਨਮਾਸ਼ੀ ਤੇ ਪੂਨਿਓ ਪੂਰਾ ਚੰਦ ਆਕਾਸ਼। ਜਿਵੇਂ ਚੰਦਰਮਾ ਇੰਨਾ ਕੁ ਚੱਲਿਆ ਸੀ, ਵਾਧਾ 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 ਪੂਰਾ ਗੋਲ ਹੋ ਗਿਆ। ਇਸ ਤਰ੍ਹਾਂ ਸਿੱਖਾ ਤੂੰ ਵੀ ਗਿਆਨ ਦੇ ਵਿੱਚ ਵਾਧਾ ਜਾ ਵਾਧਾ ਜਾ ਵਾਧਾ ਜਾ। ਇੱਕ ਦਿਨ ਪੂਰੇ 'ਚ ਮਿਲ ਕੇ ਪੂਰਾ ਹੀ ਹੋ ਜਾਵੇਗਾ। ਪੂਰੇ ਕਾ ਕੀਆ ਸਭ ਕੁਛ ਪੂਰਾ, ਪੂਨਿਓ ਪੂਰਾ ਚੰਦ ਪ੍ਰਕਾਸ਼। ਤੋ ਗੁਰੂ ਕਿਰਪਾ ਕਰਨ। ਸਤਿਗੁਰੂ ਕਹਿੰਦੇ ਸਿੱਖੋ, ਉਸ ਇੱਕ ਨੂੰ ਹਰ ਥਾਂ ਜਾਣਨਾ ਕਰੋ, ਅਨੇਕਤਾ ਨੂੰ ਛੱਡ ਦਿਓ, ਦਵੈਤ ਨੂੰ ਦਿਮਾਗ 'ਚੋਂ ਕੱਢ ਦਿਓ। ਇਮ ਕਹਿ ਕਰ ਸ਼੍ਰੀ ਸਤਿਗੁਰੂ, ਸਿੱਖਣ ਪ੍ਰੀਤ ਉਪਦੇਸ਼। ਬੈਠੇ ਕੀ ਜਗ ਉੱਠੇ, ਮੰਗਲ ਗਏ ਬਸੇਸ। ਇਸ ਵਿਸ਼ੇ ਤੇ ਬ੍ਰਹਮ ਗਿਆਨ ਦੀਆਂ ਬੇਅੰਤ ਵਿਚਾਰਾਂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਦਿੱਤੀਆਂ। ਫਿਰ ਦੀਵਾਨ ਦੀ ਸਮਾਪਤੀ ਹੋ ਗਈ ਤੇ ਸਤਿਗੁਰੂ ਆਪਣੇ ਮਹਿਲਾਂ ਵੱਲ ਚਲੇ ਗਏ। ਫਿਰ ਅੱਗੇ ਕਿਤੇ ਦੀਵਾਨ ਲੱਗਿਆ। ਅਗਲੀ ਸਾਖੀ ਆਰੰਭ ਕਰਦੇ ਹਨ। ਦੋਹਰਾ ਨਿਤਿਉ ਗਗਨ ਜੀਤ ਜਬ, ਨਿਕਟ ਵੇਖ ਸ਼ਕਰਾਂਤ। ਦਰਸ਼ਨ ਪਰਸਨ ਗੁਰੂ ਕੈ, ਗਨ ਸੰਗਤ ਹੋਮੰਡਾਤ। ਫੱਗਣ ਦਾ ਮਹੀਨਾ ਸਮਾਪਤ ਹੋ ਗਿਆ। ਫੱਗਣ ਦੇ ਮਹੀਨੇ ਤੋਂ ਬਾਅਦ ਚੇਤ ਵੀ ਲੰਘ ਗਿਆ ਤੇ ਵਿਸਾਖ ਦੀ ਸੰਗਰਾਂਦ ਆ ਗਈ, ਵਿਸਾਖੀ ਆ ਗਈ।
ਅੰਮ੍ਰਿਤ ਛਕਾ ਚੁੱਕੇ ਆ ਪਹਿਲਾਂ, ਹੁਣ ਤਾਂ ਅਗਲੀਆਂ ਵਿਸਾਖੀਆਂ ਦੀ ਗੱਲ ਆ। ਤਾਂ ਇੱਕ ਵਿਸਾਖੀ ਦੀ ਸੰਗਰਾਂਦ ਆਈ ਹੈ, ਤੇ ਹਰ ਵਿਸਾਖੀ ਤੇ ਦੀਵਾਲੀ ਤੇ ਸੰਗਤਾਂ ਖਾਸ ਕਰਕੇ ਗੁਰੂ ਦੇ ਦਰਸ਼ਨਾਂ ਨੂੰ ਪਹੁੰਚਣ ਲੱਗੀਆਂ ਹਨ। ਪ੍ਰਤ ਜਬ ਪਰਸੀ ਜਬ ਜਿਉ ਜੋ ਨੀਲਾ ਅਦਕ ਮਿਲਤ ਹੈ ਤਿਉ ਤਿਉ। ਹਾਂ, ਜਿਵੇਂ ਜਿਵੇਂ ਵਿਸਾਖੀ ਨੇੜੇ ਆਉਂਦੀ ਜਾ ਰਹੀ ਹੈ, ਮੇਲਾ ਭਰਦਾ ਜਾ ਰਿਹਾ ਹੈ ਜੀ। ਕੌਣ ਸਤੀ ਸਭ ਸੰਗਤ ਜੈ ਐਸੀ ਗਾਨ ਚਕੌਰ ਸਤ ਪ੍ਰੀਤੀ ਜੈਸੀ। ਔਰ ਚਾਰਾਂ ਹੀ ਦਿਸ਼ਾਵਾਂ ਤੋਂ, ਸਾਰੇ ਪਾਸਿਆਂ ਤੋਂ ਸਿੱਖ ਸੰਗਤਾਂ ਇਉਂ ਉੱਡੀਆਂ ਆ ਰਹੀਆਂ ਜਿਵੇਂ ਚਕੋਰ ਚੰਦਰਮਾ ਵੱਲ ਜਾਂਦਾ ਹੋਵੇ। ਜਨ ਬਨ ਬਟਾ ਭੂਗ ਕੋ ਚਾਹਤ ਦਾਸ ਕਲਾਪ ਕਲਾਪ ਕੁਮਾਹਤ। ਜਿਵੇਂ ਗੂੜੀਆਂ ਕਾਲੀਆਂ ਘਟਾਵਾਂ ਦੀ ਗਰਜ ਨੂੰ ਮੋਰ ਸੁਣਨਾ ਚਾਹੁੰਦੇ ਹੋਣ, ਏਦਾਂ ਸਿੱਖ ਸੰਗਤਾਂ ਗੁਰੂ ਦੇ ਬਚਨਾਂ ਨੂੰ ਸੁਣਨ ਲਈ ਉੱਡੀਆਂ ਆ ਰਹੀਆਂ। ਬੰਦ ਟੋਲ ਪਰ ਟੋਲਾ ਵਿਸਾਲੀ ਚਲੇ ਪੰਥ ਮੇਲ ਮੇਲ ਸਿੱਖ ਜਾਤੀ। ਟੋਲਿਆਂ ਦੇ ਟੋਲੇ ਭਾਵ ਜਥਿਆਂ ਦੇ ਜਥੇ, ਕੋਈ ਇਧਰੋਂ ਆ ਰਿਹਾ, ਕੋਈ ਛਿਪ ਦੇ ਚੋਂ ਆ ਰਿਹਾ, ਕੋਈ ਚੜ੍ਹਦੇ ਚੋਂ ਆ ਰਿਹਾ, ਕੋਈ ਦੱਖਣ ਚੋਂ, ਕੋਈ ਉੱਤਰ ਚੋਂ। ਜਥਿਆਂ ਦੇ ਜਥੇ ਇਕੱਠੇ ਹੋ ਕੇ ਸੰਗਤਾਂ ਅਨੰਦਪੁਰ ਸਾਹਿਬ ਵੱਲ ਆ ਰਹੀਆਂ ਹਨ। ਗਾਵੇ ਸ਼ਬਦ ਪ੍ਰੇਮ ਰੰਗ ਰਾਤੀ ਪਾਉ ਪਰਸਪਰ ਕਰ ਹਰ ਖਾਤੀ। ਔਰ ਸੰਗਤਾਂ ਦਾ ਸੁਭਾਅ ਸੀਗਾ ਨਗਰ ਕੀਰਤਨ ਦੇ ਰੂਪ ਚ ਆਉਣਾ। ਪ੍ਰਭਾਤ ਫੇਰੀਆਂ ਜਿਹੜੀਆਂ ਆਪਾਂ ਕਰਦੇ ਆ ਨਾ, ਇਹ ਪਹਿਲਾਂ ਜਦੋਂ ਸੰਗਤ ਦੂਰ ਦਰਾਡਿਓਂ ਤੁਰ ਕੇ ਆਉਂਦੀਆਂ, ਨਾਲ ਤਾਂ ਰਾਹ ਦਾ ਪਤਾ ਨਹੀਂ ਲੱਗਦਾ ਸੀ, ਮੰਜ਼ਿਲ ਚਲਦੀ ਮੁੱਕ ਜਾਂਦੀ, ਰਸਤਾ ਬੜਾ ਤੈਅ ਕੀਤਾ ਜਾਂਦਾ, ਨਾਲੇ ਗੁਰੂ ਗੁਰੂ ਕਰਦੇ ਆਉਂਦੇ, ਪਤਾ ਨਹੀਂ ਲੱਗਦਾ ਕਦੋਂ ਅਨੰਦਪੁਰ ਸਾਹਿਬ ਪਹੁੰਚ ਜਾਂਦੇ। ਇਸ ਤਰ੍ਹਾਂ ਸੰਗਤਾਂ ਕੀਰਤਨ ਕਰਦੀਆਂ ਆ ਰਹੀਆਂ, ਆਪਸ ਵਿੱਚ ਸ਼ਬਦ ਗਾਉਂਦੀਆਂ ਖੁਸ਼ੀ ਖੁਸ਼ੀ। ਆਪਸ ਮੈਂ ਸੀਵੇ ਅਨਰਾਗੀ ਹੋਰ ਕੀ ਭਗਤ ਅਦਕ ਚਿਤ ਜਾਗੀ। ਇਸ ਤਰ੍ਹਾਂ ਅਨੁਰਾਗੀ ਹੁੰਦਾ ਹੈ ਜਿਹੜਾ ਮੋਹ ਮਮਤਾ ਤੋਂ ਰਾਗ ਤੋਂ ਉੱਚਾ ਉੱਠ ਗਿਆ। ਇਹ ਸਾਰੇ ਸੰਸਾਰੀ ਮੋਹ ਮਮਤਾ ਤੋਂ ਉੱਠੇ ਗੁਰੂ ਦੇ ਪ੍ਰੇਮ ਦੇ ਵਿੱਚ ਭਗਤੀ ਕਰਦੇ ਹੋਏ ਆ ਰਹੇ ਨੇ। ਨਹੀਂ ਨੀਤ ਕਰ ਸੁਭ ਮਤ ਮਤੇ ਵਾਹਿਗੁਰੂ ਜੀ ਕੈ ਫਤਿਹ। ਹੁਣ ਪਿਛਲੀ ਵਿਸਾਖੀ ਤੋਂ ਇੱਕ ਨਾਅਰਾ ਮਿਲਿਆ ਸੰਗਤ ਨੂੰ, ਜਦੋਂ ਕੋਈ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਜਕਾਰੇ ਗਜਾਉਂਦੀਆਂ ਸੰਗਤਾਂ। ਪਾਤਸ਼ਾਹ ਦਾ ਹੁਕਮ ਵੀ ਹੈ, ਆਗੇ ਆਵਤ ਸਿੱਖ ਜੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ। ਅਸੀਂ ਤਾਂ ਫਤਿਹ ਬੁਲਾਏ ਤੋਂ ਵੀ ਨਹੀਂ ਬੁਲਾਉਂਦੇ, ਕੋਈ ਸਤਨਾਮ। ਇਹ ਗੁਰੂ ਸਾਹਿਬ ਦਾ ਹੁਕਮ ਹੈ, ਤੁਸੀਂ ਗੱਜ ਕੇ ਫਤਿਹ ਬੁਲਾਇਆ ਕਰੋ। ਜਦੋਂ ਵੀ ਰਸਤੇ ਵਿੱਚ ਆਉਂਦੇ ਜਾਂਦੇ ਆ ਜਾ ਰਹੇ ਹੋ, 4 ਵਾਰੀ ਵਾਹਿਗੁਰੂ ਕਿਹਾ ਜਾਂਦਾ ਹੈ, 2 ਵਾਰੀ ਸੁਣਿਆ ਜਾਂਦਾ ਤੇ 2 ਵਾਰੀ ਕਿਹਾ ਜਾਂਦਾ ਹੈ। ਇਸ ਕਰਕੇ ਸੰਗਤਾਂ ਨੂੰ ਇਹ ਨਵਾਂ ਨਾਅਰਾ ਮਿਲਿਆ ਹੁਣ, ਤੇ ਰਸਤੇ ਵਿੱਚ ਫਿਰ ਸੰਗਤ ਜਿੱਥੇ ਇਕੱਠੀ ਹੁੰਦੀ ਹੈ, ਥੋੜਾ ਜਿਹਾ ਵੀ ਇਧਰੋਂ ਸਿੱਖ ਆਇਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਉਂ ਗੱਜ ਕੇ ਫਤਿਹ ਦੇ ਜਕਾਰੇ ਲਾਉਂਦੇ ਆ ਰਹੇ ਐ। ਜੋਗਮ ਸਮੇਂ ਕੰਗਾ ਕਰ ਲੈਣਾ ਹੋਈ ਸਕੀਤ ਸ਼ਬਦ ਮਨ ਦੇਣਾ। ਔਰ ਸਿੱਖ ਨੂੰ ਇੱਕ ਹੁਕਮ ਹੈ ਕਿ 2 ਟਾਈਮ ਕੰਗਾ ਕਰਨਾ, ਆਥਰੇ ਫੇਰ ਕਰਨਾ, ਪਿਛਲੇ ਪੈਰ ਰਹਿ ਰਸ ਤੋਂ ਪਹਿਲਾਂ ਤੜਕੇ ਵੀ ਕਰਨਾ। ਇਸ ਕਰਕੇ ਜੁਗਮ ਦੋਨੇ ਟਾਈਮ ਕੰਗਾ ਕਰੇ, ਪਾਗ ਚੁਣੇ ਕਰ ਬਾਂਧੇ, ਟੋਪੀ ਵਾਂਗੂ ਲਾ ਕੇ ਨਹੀਂ ਰੱਖਣੀ, ਇਸ ਨੂੰ ਉਧੇੜ ਕਰਕੇ ਲਾ ਕੇ ਫਿਰ ਝਾੜ ਕੇ ਫਿਰ ਦੁਬਾਰਾ ਬੰਨਣੀ ਆ। ਇਸ ਕਰਕੇ ਪਾਤਸ਼ਾਹ ਜੀ ਦੇ ਹੁਕਮ, ਪਾਤਸ਼ਾਹ ਜੀ ਦੇ ਸਿੱਖ ਹੋਏ ਨੇ ਭਾਈ ਪ੍ਰਹਿਲਾਦ, ਭਾਈ ਚੰਪਾ, ਇਹ 4-5 ਸਿੱਖ ਹੋਏ ਨੇ ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨਾਂ ਨੂੰ ਫਿਰ ਦੋਹਰਿਆਂ ਵਿੱਚ ਬਦਲ ਦਿੱਤਾ। ਆ ਜਿਹੜਾ ਹੈ ਨਾ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਇਹ ਵੀ ਸਤਿਗੁਰ ਨੇ ਤਾਂ ਵਿਚਾਰਾਂ ਹੀ ਦਿੱਤੀਆਂ ਸਨ, ਤੇ ਇਹਨਾਂ ਭਾਈ ਚੌਂਪਾ ਜੀ ਹੋਰਾਂ ਨੇ, ਪ੍ਰਹਿਲਾਦ ਹੋਰਾਂ ਨੇ, ਇਹਨਾਂ ਨੇ ਫਿਰ ਇਹ ਦੋਹਰਾ ਬਣਾਤਾ ਤਾਂ ਔਰ ਗਾਉਣ ਦੇ ਵੀ ਸਾਨੂੰ ਦੇਤਾ। ਹੁਣ ਜੇ ਵਿਚਾਰਾਂ ਯਾਦ ਕਰਦੇ ਤਾਂ ਰੋਜ਼ ਕੌਣ ਕਥਾ ਕਰਦਾ, ਹੁਣ ਇਹ ਦੋਹਰਾ ਬਣ ਗਿਆ ਤਾਂ ਅਸੀਂ ਹਰ ਅਰਦਾਸ 'ਤੇ ਗਾਉਂਦੇ ਹਾਂ। ਤੇ ਸਾਡੇ ਯਾਦ ਹੈ ਗੁਰੂ ਦਾ ਹੁਕਮ, ਆਗਿਆ ਪਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਈ ਕਹਿ ਦਿੰਦੇ ਹੈ ਆਹ ਸ਼ਬਦ ਤਾਂ ਤੁਹਾਡੇ ਗ੍ਰੰਥਾਂ 'ਚ ਹੈ ਹੀ ਨਹੀਂ, ਹੈ ਕਿਵੇਂ ਨਹੀਂ ਗਏ, ਕਿਸੇ ਨੇ ਪੂਰੇ ਗ੍ਰੰਥ ਵੇਖੇ ਨਹੀਂ ਸਾਡੇ ਕਿੰਨੇ ਆ। ਕੋ ਸਤਨਾਮ ਸੀ ਸਰਬਲੋਕ ਗ੍ਰੰਥ ਵਿੱਚ ਹੈ, 10ਵੇਂ ਗ੍ਰੰਥ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਹਨ ਬਚਨ ਜਿਹੜੇ ਆਪਾਂ ਹੈ ਅਚੁੱਤ ਹੈ ਪਾਰ ਬ੍ਰਹਮ ਪੜ੍ਹਦੇ ਹਾਂ, ਇਹ ਗੁਰਬਾਣੀ ਦੇ ਵਿੱਚ ਹੈ ਸ਼ਬਦ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ
ਸਤਿਗੁਰਾਂ ਦੇ ਬਚਨ ਸਰਬ ਲੋਕ ਗ੍ਰੰਥ ਵਿੱਚ ਹਨ। ਭਾਈ ਨੰਦ ਲਾਲ ਜੀ ਗੋਇਆ ਦੀਆਂ ਗਜ਼ਲਾਂ, ਉਹਨਾਂ ਨੇ ਵੀ ਕੁਝ ਬਚਨ ਸੰਭਾਲੇ ਸਤਿਗੁਰਾਂ ਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਪਹਿਲੇ ਤੇ ਭਾਈ ਗੁਰਦਾਸ ਜੀ ਦੂਜੇ, ਇਹਨਾਂ ਨੇ ਵੀ ਗੁਰੂਆਂ ਦੇ ਬਚਨਾਂ ਨੂੰ ਜਿਹੜੇ ਸ਼ਬਦ ਬਣਾ ਕੇ, ਦੋਹਰੇ ਬਣਾ ਕੇ, ਛੰਦ ਬਣਾ ਕੇ ਸਾਨੂੰ ਦੇਣੇ ਕੀਤੇ, ਗਾਉਣ ਦੇ ਰੂਪ 'ਚ ਦਿੱਤੇ, ਕਵਿਤਾ ਦੇ ਰੂਪ 'ਚ। ਇਹਦਾ ਬੜਾ ਫਾਇਦਾ ਹੋਇਆ ਸਾਨੂੰ, ਕਿਉਂਕਿ ਇਹਨੂੰ ਕਵਿਤਾ ਰੂਪ 'ਚ ਅਸੀਂ ਗਾਉਂਦੇ ਰਹਿੰਦੇ ਹਾਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮ ਸੰਗਤਾਂ ਮੰਨਦੀਆਂ, ਰਸਤੇ ਵਿੱਚ ਇੱਥੇ ਰੁਕਦੀਆਂ, ਉੱਥੇ ਫਿਰ ਤਿਆਰ ਹੁੰਦੀਆਂ, ਸ਼ਾਮਾਂ ਨੂੰ ਕਿਤੇ 2 ਘੰਟੇ ਆਰਾਮ ਕਰਕੇ ਚੱਲਦੀਆਂ, ਫਿਰ ਕੰਘਾ ਕਰਕੇ ਸੁਚੇਤ ਹੋ ਕੇ ਚੱਲਦੇ ਬਾਣੀ ਪੜ੍ਹਦੇ ਹਨ। ਬੈਠੇ ਹੰਸਨ ਕੀ ਸਾਂ ਪੰਗਤ, ਗੁਰੂ ਪੰਥ ਕੀ ਅਦਭੁਤ ਰੰਗਤ। ਔਰ ਜਦੋਂ ਫਿਰ ਕਿਤੇ ਉਤਾਰਾ ਕਰਦੇ ਐ ਸਿੰਘ, ਅਲੱਗ-ਅਲੱਗ ਬੈਠੇ ਨੇ, ਕਿਤੇ ਕੋਈ ਉੱਥੇ ਕੋਈ ਉੱਥੇ, ਜਾਂ ਪੰਗਤ ਵਿੱਚ ਬੈਠਦੇ ਆ ਜਿਵੇਂ ਹੰਸ ਬੈਠੇ ਹੋਣ, ਇੰਨੇ ਸੋਹਣੇ ਲੱਗਦੇ ਐ। ਸੋਹਤ ਕੁਸ਼ਨ ਸੰਸ ਸਮੇਤ, ਮਨੋ ਜਨਾਈ ਦੀਰਤਨ ਪੀਤ। ਔਰ ਜਿਹੜਾ ਇਹ ਨਵਾਂ ਰੂਪ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਨਾ ਉਹਨੂੰ ਖਾਲਸੇ ਨੂੰ, ਇਹ ਬੜਾ ਸੋਹਣਾ ਲੱਗਣ ਲੱਗਿਆ। ਸਾਵਟ ਦਸਤਾਰ ਸਿਰਾ, ਔਰ ਚਿਹਰੇ ਦੇ ਉੱਤੇ ਦਾੜਾ ਜਿਹੜਾ ਹੈ ਫਿਰ ਬੱਬਰ ਸ਼ੇਰ ਦੀ ਨਿਆਈ ਜਿਹੜਾ ਹੈ ਗੁਰੂ ਪਿਆਰੋ ਦਿਖਾਈ ਦੇਣ ਲੱਗਿਆ। ਇਸ ਤਰ੍ਹਾਂ ਇਹ ਲੰਬੇ ਕੇਸ ਤੇ ਸੁੰਦਰ ਦਾੜੇ ਜਦੋਂ ਸਿੰਘਾਂ ਦੇ ਚਿਹਰਿਆਂ 'ਤੇ ਚਮਕਣ ਲੱਗੇ ਤਾਂ ਇਹਨਾਂ ਨੂੰ ਮਾਨੋ 4 ਚੰਦ ਲੱਗੇ, ਬੜੀ ਸੁੰਦਰਤਾ ਵੱਧ ਗਈ ਹੈ ਖਾਲਸਾ ਜੀ ਦੀ, ਇਸ ਪੰਥ ਦੀ। ਤਾਂ ਗੁਰੂ ਪਿਆਰੋ ਇਸੇ ਕਰਕੇ ਤਾਂ ਮੁਗਲ ਸਰਕਾਰਾਂ ਤੇ ਕੁਝ ਹਿੰਦੂ ਲੋਕ, ਚੰਦੂ ਵਰਗੇ ਦੁਸ਼ਟ, ਤੇ ਅੱਗੇ ਜਾ ਕੇ ਸੁੱਚੇ ਨੰਦ ਵਰਗੇ, ਝੂਠੇ ਨੰਦ ਵਰਗੇ, ਤੇ ਹੋਰ ਉਹ ਪਹਾੜੀਏ ਲੋਕ, ਹਿੰਦੂ ਲੋਕ ਜਿਹੜੇ ਮੁਗਲਾਂ ਦੇ ਨਾਲ ਜੁੜੇ ਹੋਏ ਸੀ, ਜਿਹੜੇ ਚਾਹੁੰਦੇ ਸੀ ਕਿ ਸਾਡੀ ਕਿਤੇ ਕੁਰਸੀ ਨਾ ਹੱਲ ਜਾਵੇ, ਜਿਹੜੇ ਸਰਕਾਰੀ ਬੰਦੇ ਬਣੇ ਹੋਏ ਸੀ ਸਰਕਾਰ ਦੇ, ਉਹਨਾਂ ਨੇ ਖਾਲਸੇ ਦੇ ਨਾਲ ਬਹੁਤ ਲੜਾਈਆਂ ਕਰਨੀਆਂ ਸ਼ੁਰੂ ਕੀਤੀਆਂ। ਪਰ ਪਾਤਸ਼ਾਹ ਜੀ ਨੇ ਐਸਾ ਜੌਹਰ ਭਰਿਆ ਖਾਲਸੇ ਵਿੱਚ, ਰਹਿਤ ਕੈਦ ਤੇ ਸਹਿਤ ਵਿਸਾਲੀ, ਸ਼ਾਸਤਰਨ ਧਾਰੈ ਵੀਰ ਮਸ਼ਾਲੀ। ਔਰ ਰਹਿਣੀ ਬਹਿਣੀ ਦੇ ਪੂਰੇ, ਰਹਿਤ ਤੇ ਕਹਿਤ ਜੋ ਕਹਿੰਦੇ ਆ ਉਹ ਕਰਦੇ ਆ, ਰਹਿਤ ਰੱਖਦੇ ਆ, ਸਹਿਤ ਨਾਲ ਵਿਸਾਲੇ, ਫਿਰ ਨਾਲ ਜਿਹੜੇ ਸ਼ਾਸਤਰ ਧਾਰੇ ਹੋਏ ਐ। ਹੁਣ ਤਾਂ ਐਂ ਲੱਗਦੇ ਆ ਜਿਵੇਂ ਰਾਜੇ ਫਿਰਦੇ ਆ। ਕੋ ਸਤਨਾਮ ਸੀ, ਸਤਿਗੁਰਾਂ ਨੇ ਰਾਜੇ ਬਣਾਇਆ, ਗਰੀਬਾਂ ਕੋ ਦਿਓ ਪਾਤਸ਼ਾਹੀ, ਯਾਦ ਰੱਖੇ ਹਮਰੀ ਗੁਰਿਆਈ, ਆਪਾਂ ਨੂੰ ਰਾਜੇ ਬਣਾਇਆ, ਸ਼ਾਸਤਰ ਧਾਰੀ ਕੀਤਾ। ਨਹੀਂ ਤਾਂ ਮੁਗਲਾਂ ਦੇ ਸਮੇਂ 'ਚ ਅਸੀਂ ਨਾ ਪੱਗ ਬੰਨ੍ਹ ਸਕਦੇ ਸੀ, ਨਾ ਸ਼ਸਤਰ ਰੱਖ ਸਕਦੇ ਸੀ, ਨਾ ਘੋੜ ਸਵਾਰੀ ਕਰ ਸਕਦੇ ਸੀ ਭਾਰਤ ਦੇ ਲੋਕ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤਾ ਸਾਨੂੰ। ਕੋ ਸਤਨਾਮ ਸੀ। ਹਰਗੋਬਿੰਦ ਪਾਤਸ਼ਾਹ ਜੀ ਨੇ ਦਿੱਤਾ ਸਾਨੂੰ। ਜਦੋਂ 6ਵੇਂ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਤਾਂ ਕੀ ਕਿਹਾ ਕਿ ਮੇਰੇ ਸਿੱਖ ਆ ਜਿਹੜੇ, ਇਹ ਘੋੜ ਸਵਾਰੀ ਵੀ ਕਰਨਗੇ, ਸ਼ਸਤਰ ਵੀ ਪਹਿਨਣਗੇ, ਰਾਜਿਆਂ ਦੇ ਵਾਂਗ ਸ਼ਾਹੀ ਠਾਠ ਨਾਲ ਰਹਿਣਗੇ। ਤੀਜੇ ਪਾਤਸ਼ਾਹ ਨੇ ਚੌਥੇ ਪਾਤਸ਼ਾਹ ਨੂੰ ਬਚਨ ਕਰਤੇ ਸੀ, 6ਵੇਂ ਪਾਤਸ਼ਾਹ ਨੇ ਪੂਰਨੇ ਪਾਤੇ ਉਸ 'ਤੇ, ਔਰ ਸਿੱਖਾਂ ਨੂੰ ਸ਼ਸਤਰ ਧਾਰੀ ਕਰਕੇ ਘੋੜ ਸਵਾਰੀ ਆਦਿ ਨੇਜਾਬਾਜੀ ਸਭ ਬਖਸ਼ ਦਿੱਤੀ। 10ਵੇਂ ਪਾਤਸ਼ਾਹ ਨੇ ਤਾਂ ਮੋਹਰਾਂ ਹੀ ਲਾ ਦਿੱਤੀਆਂ ਉਸ ਦੇ ਉੱਤੇ। ਮੇਰੇ ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ, ਜਦੋਂ ਮੇਰੇ ਸਿੱਖ ਰਹਿਤੀ ਕਹਿਣੀ ਬਹਿਣੀ ਦੇ ਪੂਰੇ, ਸ਼ਸਤਰ ਧਾਰਨ ਕਰਕੇ ਵੀਰ ਮੁਛਾਲੇ, ਹੁਣ ਮੁਸ਼ਹਿਰੇ ਵੀ ਵੱਡੇ ਵੱਡੇ ਹੋਣ ਲੱਗੇ, ਮੁੱਛਾਂ ਵੀ ਵੱਡੀਆਂ ਹੋਣ ਲੱਗੇ, ਐ ਲੱਗਦੇ ਆ ਜਿਉਂਦੇ। ਸੰਗਤ ਚਾਲੇ ਅਨੰਦਪੁਰ ਆਈ, ਪਾਂਤ ਪਾਂਤ ਕੀ ਭੇਟਣ ਜਾਈ। ਇਉਂ ਜਥਿਆਂ ਦੇ ਜਥੇ ਸਿੰਘਾਂ ਨੇ ਹੁਣ ਮੇਰਾ ਖਾਲਸਾ ਜਿਹੜਾ ਹੈ ਪਾਤਸ਼ਾਹ ਜੀ ਦਾ, ਖਾਲਸਾ ਮੇਰੋ ਰੂਪ ਹੈ ਖਾਸ ਦੇ ਰੂਪ ਦੇ ਵਿੱਚ, ਬਿਨ ਕੇਸ਼ਤਰੰਗ ਬਿਨ ਸ਼ਾਸਤਰੰਗ ਨਾ ਦੇਹੋ ਦੀਦਾਰੇ। 1699 ਦੀ ਵਿਸਾਖੀ ਤੇ ਹੁਕਮ ਲਾਤਾ ਸੀਗਾ ਕਿ ਅੱਜ ਤੋਂ ਬਾਅਦ ਜਿਹੜਾ ਸਿੱਖ ਮੇਰੇ ਕੋਲ ਆਵੇਗਾ, ਸਿੰਘ ਬਣ ਕੇ ਆਵੇਗਾ, ਉਹ ਕੇਸ਼ ਤੇ ਸ਼ਾਸਤਰ ਧਾਰਨ ਕਰਕੇ ਆਵੇ, ਕੇਸ ਨਹੀਂ ਕਟਾਉਣੇ। ਹੁਣ ਦਿਵਸ ਬਸੋਏ ਕੀ ਜਾਵੇ ਆਇਓ, ਸਤਿਗੁਰ ਕਾਰਨ ਹਰ ਸੁਣ ਸਾਇਓ। ਇਤਨੇ ਵਿਸਾਖੀ ਦੀ ਸੰਗਰਾਂਦ, ਵਿਸਾਖੀ ਦਾ ਦਿਹਾੜਾ ਆ ਗਿਆ ਹੈ ਤੇ ਸਤਿਗੁਰਾਂ ਨੇ ਸਿੱਖਾਂ ਦੀ ਡਿਊਟੀ ਲਾਈ ਆ ਬਈ ਮੇਲ ਜੇਲ ਇਕੱਠਾ ਹੋਣਾ ਹੈ। ਸਿੱਖ ਸੰਗਤਾਂ ਨੇ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਰਸ਼ਨ ਕਰਨੇ ਹਨ ਤੇ ਸੁੰਦਰ ਵਿਛਾਈਆਂ ਕਰਵਾਓ। ਜੇ ਥਾਨਾ ਸਿੰਘਾਸਨ ਵਿਸ਼ਿਓ, ਅਨਗਨ ਮੇਲ ਆਨੰਦ ਹੈ ਜੁਰਿਓ। ਔਰ ਸਤਿਗੁਰਾਂ ਦਾ ਉੱਚੇ ਥਾਂ ਤੇ ਕੇਸਗੜ੍ਹ ਸਾਹਿਬ ਦੀ ਜਿਹੜੀ ਪਹਾੜੀ ਹੈ, ਜਿੱਥੇ ਹੁਣ ਅਨੰਦਪੁਰ ਸਾਹਿਬ ਦੇ ਵਿੱਚ
ਸਪੈਸ਼ਲ ਦੀਵਾਨ ਸਜਦੇ ਹਨ ਲਗਾਤਾਰ। ਉਸ ਨੂੰ ਉੱਚੀ ਪਹਾੜੀ ਜਾਣ ਕੇ ਇਹਦੇ ਉੱਤੇ ਹੀ ਗੁਰੂ ਸਾਹਿਬ ਜੀ ਦਾ ਹਰ ਸਾਲ ਆਸਣ ਲੱਗਿਆ ਕਰਦਾ ਸੀ। ਆਓ ਸ਼੍ਰੀ ਪ੍ਰਭੂ ਦਾ ਨਾਮ ਬਸਤਰ ਸ਼ਾਸਤਰ ਧਰ ਜੀਵਰ ਜਬਰ ਜਵਾਹਰ ਮੇਂ ਜਾਲ। ਔਰ ਖਾਲਸੇ ਦਾ ਗੁਰੂ, ਖਾਲਸੇ ਦਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਫਿਰ ਉਹ ਵੀ ਕਿਹੜਾ ਘਾਟਾ। ਗੁਰੂ ਪਿਆਰਿਓ ਬੜੇ ਸ਼ਸਤਰ ਵਸਤਰ ਧਾਰਨ ਕਰਕੇ, ਕਲਗੀ ਸਜਾ ਕੇ, ਜਗ੍ਹਾ ਸਜਾ ਕੇ, ਔਰ ਗੁਰੂ ਪਿਆਰਿਓ ਅਨੇਕਾਂ ਤਰ੍ਹਾਂ ਦੇ ਜੇਵਰ ਜਬਰ ਸੋਨੇ ਦੇ ਅੰਗਦ ਬਣੇ ਹੋਏ, ਮੋਢਿਆਂ ਤੇ ਲਾਉਣ ਵਾਲੇ, ਗਲ ਵਿੱਚ ਹੀਰੇ ਜਵਾਹਰਾਤਾਂ ਦੀਆਂ ਸੁੰਦਰ ਮਾਲਾਵਾਂ ਆਦਿ ਸ਼ਾਹੀ ਠਾਠ ਦੇ ਨਾਲ ਮੇਰੇ ਪ੍ਰੀਤਮ ਵੀ ਮਹਿਲਾਂ ਚੋਂ ਆ ਰਹੇ ਨੇ। ਜਿਵੇਂ ਹੀਰ ਗੁਫਾ ਤੇ ਨਿਕਸੇ ਜੈਸੇ ਸੁੰਦਰ ਸਦਨ ਤਿਆਗ ਕਰ ਤੈਸੇ। ਜਿਵੇਂ ਕੋਈ ਬੱਬਰ ਸ਼ੇਰ ਆਪਣੀ ਗੁਫਾ ਚੋਂ ਆਉਂਦਾ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਿਲਾਂ ਦੇ ਵਿੱਚੋਂ ਆ ਰਹੇ ਹਨ। ਪਰ ਚੜੀ ਸਵਾ ਥਲ ਆਈ ਲੋਕ ਹਜ਼ਾਰਾਂ ਸੀਸਨ ਵਾਈ। ਘੋੜੇ ਤੇ ਸਵਾਰ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਰਸਤੇ ਰਾਹੀਂ ਆ ਰਹੇ ਆ, ਉਸ ਰਸਤੇ ਵਿੱਚ ਹਜ਼ਾਰਾਂ ਸੰਗਤਾਂ ਹੱਥਾਂ ਵਿੱਚ ਫੁੱਲ ਲੈ ਕੇ ਖੜੀਆਂ, ਮਾਲਾਵਾਂ ਲੈ ਕੇ ਖੜੀਆਂ, ਔਰ ਜਿੱਥੋਂ ਲੰਘਦੇ ਆ ਸਤਿਗੁਰਾਂ ਤੇ ਫੁੱਲ ਬਰਸਾਉਂਦੀਆਂ, ਨਮਸਕਾਰਾਂ ਕਰਦੀਆਂ ਹਨ। ਬੈਠੇ ਜਾਏ ਸੰਗੇ ਸਨ ਹੀਰ ਸੰਗਤ ਜੁਗੀ ਬ੍ਰਿੰਦ ਇੱਕ ਸੀ ਤੇਰਾ। ਔਰ ਫਿਰ ਮੇਰੇ ਪ੍ਰੀਤਮ ਜੀ ਸਿੰਘਾਸਣ ਤੇ ਆ ਕੇ ਕੇਸਗੜ੍ਹ ਦੀ ਪਹਾੜੀ ਤੇ ਬਿਰਾਜਮਾਨ ਹੋ ਗਏ। ਹਰ ਪੈਰ ਕਰਿਆਨ ਕੈ ਪੂਰ ਬੰਦੈ ਚਰਨ ਕਮਲ ਕਰ ਜੂਰ। ਔਰ ਸੰਗਤਾਂ ਨੂੰ ਸਿੱਖਾਂ ਨੇ ਗੁਰੂ ਪਿਆਰਿਓ ਸੁਨੇਹੇ ਲਾ ਦਿੱਤੇ ਵੀ ਆ ਜਾਓ ਭਾਈ, ਗੁਰੂ ਸਾਹਿਬ ਆ ਗਏ ਆ। ਵੈਸੇ ਤਾਂ ਗੁਰੂ ਸਾਹਿਬ ਦੇ ਆਉਣ ਤੇ ਉਦਾਂ ਹੀ ਖਬਰ ਫੈਲ ਜਾਂਦੀ ਆ। ਸਾਰੀਆਂ ਸੰਗਤਾਂ ਕੇਸਗੜ੍ਹ ਦੀ ਪਹਾੜੀ ਵੱਲ ਆਉਣ ਲੱਗੀਆਂ ਜੀ। ਲੋਚਨ ਤ੍ਰਿਪਤਾਵੇ ਬਹੁਤ ਸੁੰਦਰਤਾ ਕਹੀ ਨਾ ਜਾਵੇ। ਸਤਿਗੁਰਾਂ ਦੀ ਸੁੰਦਰਤਾ ਭਾਈ ਸੰਤੋਖ ਸਿੰਘ ਕਵੀ ਲਿਖਦੇ ਹਨ, ਭਾਈ ਸਾਹਿਬ ਭਾਈ ਰਾਮ ਕੌਰ ਗੁਰਬਖਸ਼ ਸਿੰਘ ਜੀ ਦੱਸਦੇ ਹਨ ਕਿ ਕਹੀ ਨਹੀਂ ਜਾ ਸਕਦੇ ਜੇ। ਸੰਗਤ ਕੀ ਹੋਈ ਬੜ ਭੀੜ ਇੱਕ ਬਿਕ ਸਿੱਖਣਾ ਖੂਵਤ ਪੀਰ। ਬੜੀ ਭੀੜ ਹੋ ਗਈ ਹੈ ਤੇ ਸਿੱਖ ਸੰਗਤਾਂ ਦਰਸ਼ਨ ਕਰਕੇ ਆਪਣੇ ਦੁੱਖਾਂ ਨੂੰ, ਵਿਛੋੜੇ ਦੇ ਦੁੱਖ ਨੂੰ ਤੇ ਹੋਰ ਸਾਰੇ ਦੁੱਖਾਂ ਨੂੰ ਦੂਰ ਕਰਦੀਆਂ। ਆਸ਼ਾ ਦੇ ਮੁਖ ਸਿਖਣੀ ਆਵੇ ਪਹੁੰਚ ਨਿਪਟਣਾ ਪੁਨ ਹਟ ਜਾਵੇ। ਔਰ ਇੱਕ ਸਿੱਖਣੀ ਆਈ ਹੈ, ਇਹਨੇ ਘੁੰਡ ਕੱਢਿਆ ਹੋਇਆ, ਕੋ ਸਤਨਾਮ ਸੀ ਉਸ ਵੇਲੇ, ਬਹੁਤ ਸੰਗਤ ਆਈ ਆ। ਇੱਕ ਸਿੱਖਣੀ ਆਈ ਆ, ਇਸ ਨੇ ਘੁੰਡ ਕੱਢਿਆ ਹੋਇਆ, ਉਹ ਗੁਰੂ ਜੀ ਦੇ ਬਹੁਤਾ ਨੇੜੇ ਨਹੀਂ ਆਈ, ਥੋੜੀ ਦੂਰ ਤੋਂ ਹੀ ਪਿੱਛੇ ਹਟ ਗਈ ਹੈ। ਬਾੜੀ ਭੀੜ ਪਰਖਣ ਕੀ ਹੀਰੇ ਕਹੀ ਅਦਕ ਐ ਸਕੇ ਨਾ ਨੀਰੇ। ਔਰ ਇਸ ਨੇ ਵੇਖਿਆ ਕਿ ਬਹੁਤ ਸਾਰੇ ਮਨੁੱਖ ਬੈਠੇ ਆ, ਬੀਬੀਆਂ ਬੈਠੀਆਂ, ਸੰਗਤ ਬੈਠੀ ਹੈ, ਇਹ ਅੱਗੇ ਨਾ ਜਾ ਸਕੀ ਤੇ ਥੋੜੀ ਦੂਰੀ ਤੋਂ ਹੀ ਪਿੱਛੇ ਹਟ ਗਏ। ਮਨ ਲਖ ਲਖ ਸਤਿਗੁਰ ਤੀ ਪਾਸੀ ਕਰਿਓ ਪਠਾਵਣ ਸਿੱਖ ਅਰਦਾਸੀ। ਔਰ ਜਾਨੀ ਜਾਨ ਸਤਿਗੁਰਾਂ ਨੇ ਇਸ ਬੀਬੇ ਦੇ ਹਿਰਦੇ ਦੀ ਗੱਲ ਨੂੰ ਕੁਝ ਜਾਣਿਆ, ਸਮਝਿਆ, ਅੰਤਰਜਾਮਤਾ ਨਾਲ ਇੱਕ ਸਿੱਖ ਨੂੰ ਉਸ ਬੀਬੀ ਦੇ ਕੋਲ ਭੇਜਿਆ ਹੈ। ਆਏ ਹਜੂਰ ਖਰੀ ਕਰਨੀ ਕਰ ਕੋ ਜੂਰ ਗੁਰੂ ਦੇ ਸਹੀਰੇ। ਜਾ ਸਿੱਖੋ ਬੀਬੀ ਨੂੰ ਲੈ ਕੇ ਆਓ। ਕਿਵੇਂ ਉੱਥੋਂ ਹੀ ਮੁੜ ਗਈ, ਨਾਲੇ ਘੁੰਡ ਕਿਉਂ ਕੱਢਿਆ ਹੋਇਆ ਹੈ? ਜਾਓ ਨੇੜੇ ਲੈ ਕੇ ਆਓ ਉਹਨੂੰ ਵੀ। ਇਸ ਕੁਟੰਬ ਕੀ ਜੀ ਨਰ ਔਰ ਬੈਠੀ ਸਭਾ ਤਿਸ ਠੌਰ। ਉਹਨਾਂ ਦੇ ਪਰਿਵਾਰ ਦੇ ਹੋਰ ਵੀ ਮੈਂਬਰ ਬਜ਼ੁਰਗ ਆਏ ਸਨ, ਉਹ ਵੀ ਸੰਗਤ ਵਿੱਚ ਬੈਠੇ ਸਨ। ਘੁੰਗਟ ਕਾਢੀ ਮਸਤਕ ਟਿੱਕਾ ਕਰੀ ਅਗਾਰੀ ਜਲਦ ਵਿਕਾ। ਸ਼ਹਿਰ ਉਸ ਨੇ ਉਹਨਾਂ ਜੇਠਾਂ ਸਹੁਰਿਆਂ ਤੋਂ ਹੀ ਘੁੰਡ ਕੱਢਿਆ ਹੋਇਆ ਸੀ। ਕੋ ਸਤਨਾਮ ਵੀ ਸਾਡੇ ਰਿਸ਼ਤੇਦਾਰ ਬੈਠੇ ਆ, ਵੱਡੇ ਬੈਠੇ ਆ, ਤੇ ਇਸ ਨੇ ਉਸੇ ਤਰ੍ਹਾਂ ਹੀ ਘੁੰਡ ਕੱਢੇ ਕੱਢੇ ਮੱਥਾ ਟੇਕਿਆ। ਮੁਕਤੀ ਫਰਮਾਵਣ ਕੀਨਾ ਕਹੋ ਸਿੱਖਣੀ ਈ ਕਿਆ ਚਿਤ ਕੀਨਾ। ਬਾਦਸ਼ਾਹ ਕਹਿੰਦੇ ਬੀਬੀ ਤੂੰ ਆ ਕੀ ਗੱਲ ਹੈ, ਮੂੰਹ ਕਿਉਂ ਢਕਿਆ ਹੋਇਆ ਹੈ? ਲਖੀ ਗੁਰੂ ਕੀ ਤੌਕ ਆਖੀ ਕਉ ਸੁਨਤੇ ਹਿਤ ਸੰਗਤ ਬਾਛੀ। ਭਾਵੇਂ ਮੈਨੂੰ ਪਤਾ ਲੱਗਿਆ ਤੂੰ ਮੂੰਹ ਕਿਉਂ ਢਕਿਆ, ਪਰ ਸੰਗਤ ਦੇ ਮਨ 'ਚ ਫੁਰਨਾ ਪੈ ਗਿਆ, ਭਰਮ ਪੈ ਗਿਆ, ਦੱਸਣਾ ਕਰ। ਨਿਜ ਵਰਤਾਂਤ ਰਿਧੀ ਕਰ ਬਾਹਰ
ਕਰੋ ਸੁਨਾਵਨ ਸਭ ਮੈਂ ਜਾਹਰੀ। ਆਪਣੇ ਹਿਰਦੇ ਦੀ ਗੱਲ ਸਾਰਿਆਂ ਨੂੰ ਦੱਸ, ਕੀ ਗੱਲ ਹੈ, ਮੂੰਹ ਕਿਉਂ ਟਕਿਆ ਤੂੰ? ਕਰ ਜੋਰ ਤਵ ਤ੍ਰਿਪਿਆ ਉਵਰਤੀ, ਸੁਣੀਐ ਪਾਤਸ਼ਾਹ ਗੁਰ ਸਾਚੀ। ਪਾਤਸ਼ਾਹ ਆਹ ਗੱਲ ਹੈ ਮੇਰੇ ਘੁੰਡ ਕੱਢਣ ਦੀ। ਮਾਤਾ ਪਿਤਾ ਰਾਈ ਪੁਰ ਮੇਰੀ, ਪੁਤੀ ਕੁਮਾਰੀ ਜਵੇ ਕਰੀ। ਪਾਤਸ਼ਾਹ ਮੇਰੇ ਮਾਤਾ ਪਿਤਾ ਰਾਏਪੁਰ ਦੇ ਰਹਿਣ ਵਾਲੇ ਹੈ। ਜਦੋਂ ਮੈਂ ਛੋਟੀ ਸੀ, ਇਕ ਸਾਧੂ ਵੈ ਬਿਰਦੁ ਉਦਾਰਾ, ਆਨ ਰਹਿਓ ਹਮ ਸਦਨ ਮਝਾਰਾ। ਸਾਡੇ ਘਰ ਵਿੱਚ ਇੱਕ ਬਜ਼ੁਰਗ ਸਾਧੂ ਆ ਕੇ ਰਿਹਾ। ਸੇਵਾ ਕਰੀ ਮਾਤ ਪਿਤ ਮੇਰੀ, ਖਾਨ ਪਾਨ ਤੇ ਯਾਦ ਕਰੀ। ਮੇਰੇ ਮਾਤਾ ਪਿਤਾ ਨੇ ਉਹਦੀ ਜਲ ਪਾਣੀ ਨਾਲ ਬੜੀ ਸੇਵਾ ਕੀਤੀ। ਕੰਮਤ ਪੰਚ ਰਿਓ ਸੁਖ ਪਾਈ, ਮੈਂ ਵੀ ਸੇਵ ਕਰੂੰ ਹਿਤ ਲਾਈ। 5 ਸਾਲ ਉਹ ਸਾਡੇ ਘਰੇ ਰਿਹਾ ਤੇ ਅਸੀਂ ਪਰਿਵਾਰ ਸਮੇਤ ਉਹਦੀ ਸੇਵਾ ਕਰਦੇ ਰਹੇ। ਕਥਾ ਸੁਣਾਏ ਨੀਕ ਪ੍ਰਕਾਰਾ, ਮੈਂ ਵੀ ਸੁਣਤ ਰਹੀ ਤਿਸ ਬਾਰਾ। ਅਨੇਕਾਂ ਤਰ੍ਹਾਂ ਦੀਆਂ ਕਥਾ ਕਹਾਣੀਆਂ ਵੀ ਸਾਨੂੰ ਉਹ ਸੁਣਾਉਂਦਾ। ਪਤਰੀ ਸੁਤ ਬਰਸਾਣ ਗਰਮੂ, ਮੁਝ ਕੋ ਵਿਆਹੀ ਦੀਨ ਤਿਨ ਧਾਮੂ। ਤੋ ਮੇਰੇ ਮਾਤਾ ਪਿਤਾ ਨੇ ਬਰਸਾਣੇ ਪਿੰਡ ਦਾ ਇੱਕ ਖੱਤਰੀ ਦੇਖ ਕੇ ਉੱਥੇ ਮੇਰਾ ਵਿਆਹ ਕਰ ਦਿੱਤਾ। ਇਸ ਕੀ ਸਿੱਖਣੀ ਮੁਝ ਕੋ ਜਾਨੋ, ਸਿਵ ਪੀ ਗੁਰਮੁਖ ਭਲਾ ਪਛਾਨੋ। ਬਰਸਾਣੇ ਦਾ ਸਿੱਖ ਮੇਰੇ ਘਰ ਵਾਲਾ ਹੈ। ਇਕ ਸੰਤ ਜੂ ਵੈਰ ਨਿਹਾਰੀ, ਲੇ ਆਵਤ ਹੈ ਸਦਨ ਮਜਾਰੀ। ਮੇਰੇ ਘਰ ਵਾਲੇ ਦਾ ਵੀ ਐਸਾ ਹੀ ਸੁਭਾਅ ਹੈ। ਜੋ ਕੋਈ ਸਾਧੂ ਸੰਤ ਵੇਖਦਾ ਉਹਨੂੰ ਜਲ ਪਾਣੀ ਸੁਕਾਉਣ ਵਾਸਤੇ ਘਰੇ ਲੈ ਆਉਂਦਾ ਹੈ। ਪ੍ਰੇਮ ਕਰੋ ਮੈਂ ਪੀਸ ਪਕਾਵਾਂ, ਲੈ ਖੁਸ਼ੀ ਕਰ ਤਿਆਰ ਛਕਾਵਾਂ। ਔਰ ਮੈਂ ਵੀ ਆਪਣੀ ਪਤੀ ਦੇ ਹੁਕਮ ਦੇ ਵਿੱਚ ਉਹਨਾਂ ਦੀ ਜਲ ਪਾਣੀ ਨਾਲ ਪ੍ਰਸ਼ਾਦੇ ਪਾਣੀ ਨਾਲ ਹੱਥੀਂ ਪ੍ਰਸ਼ਾਦਾ ਪੀਸ ਕੇ ਛਕਾਉਣਾ ਕਰਦੀ ਹਾਂ ਤੇ ਸੇਵਾ ਕਰਦੀ ਹਾਂ। ਕਰਤਾ ਸਾਥ ਰਹੀ ਬਨ ਮੇਰੀ, ਇਕਨ ਸੇਵਾ ਕਰੋ ਕਨੇਰੀ। ਪਤੀ ਨਾਲ ਰਹਿ ਕੇ ਮੈਂ ਵੀ ਬਹੁਤ ਸਾਰੇ ਸਾਧੂ ਸੰਤਾਂ ਦੀ ਸਿੱਖਾਂ ਦੀ ਸੇਵਾ ਕੀਤੀ ਆ ਮਹਾਰਾਜ। ਤਨ ਦੇ ਮੈਂ ਪੂਰਵ ਸੁਨਿਓ, ਤ੍ਰੀ ਕੋ ਇੱਕ ਅਲੰਬ ਪਤ ਗੁਨਿਓ। ਮੈਂ ਸੰਤਾਂ ਦੀ ਮਹਿਮਾ ਸੁਣੀ ਆ, ਸੰਤਾਂ ਕੋਲੋਂ ਕਥਾ ਕਹਾਣੀਆਂ ਸੁਣੀਆਂ ਕਿ ਇਸਤਰੀ ਨੂੰ ਕੇਵਲ ਤੇ ਕੇਵਲ ਆਪਣੇ ਪਤੀ ਦਾ ਹੀ ਵੱਡਾ ਆਸਰਾ ਹੁੰਦਾ ਹੈ। ਦੀ ਸੇਵਾ ਕਰੂ ਬਹਾਨਾ, ਗੁਰ ਪਰਮੇਸ਼ਰ ਪਦ ਹੀ ਜਾਨਾ। ਇਸਤਰੀ ਨੂੰ ਆਪਣੇ ਪਤੀ ਦੀ ਹੀ ਸੇਵਾ ਕਰਨੀ ਚਾਹੀਦੀ ਆ, ਰੱਬ ਜਾਣ ਕੇ। ਨਾਮ ਸੁਸਰੇ ਕੀ ਸਭ ਪਰਵਾਰਾ, ਦੇਵਰ ਜੇਠ ਸੰਗ ਦਾਦਾ। ਔਰ ਇੱਥੇ ਸੰਗਤ ਦੇ ਵਿੱਚ ਮੇਰੇ ਸਹੁਰੇ ਦਾ ਸਾਰਾ ਪਰਿਵਾਰ, ਦਿਓਰ ਜੇਠ, ਉਹਨਾਂ ਦੀਆਂ ਘਰ ਵਾਲੀਆਂ ਵੀ ਆਈਆਂ। ਤੁਮਰੇ ਦਰਸ਼ਨ ਕੋ ਸਭ ਆਵੇ, ਮਮ ਪਦ ਸਹਿਤ ਦੇਖ ਪੁਨ ਜਾਵੇ। ਔਰ ਮਹਾਰਾਜ ਉਹ ਵੀ ਸਾਰੇ ਆਏ ਹੈ, ਮੇਰਾ ਪਤੀ ਵੀ ਆਇਆ ਹੈ ਤੇ ਦਰਸ਼ਨ ਕਰਕੇ ਫਿਰ ਜਾਂਦੇ ਹਾਂ। ਮੈਂ ਪਾਪਨ ਬਿਨ ਭਾਗ ਵਿਚਾਰਾ, ਗੁਰ ਸਰੂਪ ਨੈ ਕਵੀ ਨਿਹਾਰਾ। ਔਰ ਮੈਂ ਮਾੜੇ ਭਾਗਾਂ ਵਾਲੀ ਸੋਚਦੀ ਸੀ ਕਿ ਮੈਨੂੰ ਗੁਰੂ ਦੇ ਦਰਸ਼ਨ ਨਹੀਂ ਹੋਣੇ। ਧਨ ਸਿੱਖਣ ਕੀ ਸੇਵਾ ਕਰੋ, ਦਰਸ਼ਨ ਗੁਰੂ ਚਿਤਵਨਾ ਧਰੋ। ਔਰ ਮੈਂ ਸਿੱਖਾਂ ਦੀ ਬੜੀ ਸੇਵਾ ਕਰਦੀ ਸੀ ਤੇ ਦਰਸ਼ਨਾਂ ਦੀ ਇੱਛਾ ਰੱਖਦੀ ਸੀ। ਹਰ ਮੈਂ ਰਿਦੀ ਬਜਾਰਤ ਵਾਤੀ, ਕੈਸੇ ਵੈ ਸਿੱਖ ਮਮ ਪਹਚਾਤੀ। ਔਰ ਮੈਂ ਹਿਰਦੇ ਵਿੱਚ ਸੋਚਦੀ ਸੀ ਕਿ ਮੈਂ ਕਿਵੇਂ ਸਿੱਖਾਂ ਦੀ ਸੇਵਾ ਕਰਾਂ ਤੇ ਕਿਵੇਂ ਗੁਰੂ ਦੇ ਦਰਸ਼ਨ ਕਰਾਂ। ਰਾਵ ਕੁਟੰਬੀ ਅਨਾਵ ਕਹਿ ਆਨੀ, ਲਖ ਦਰਸ਼ਨ ਕੀ ਚਾਹੀ ਮਹਾਨੀ। ਹੁਣ ਸਾਰਾ ਪਰਿਵਾਰ ਇੱਥੇ ਆਇਆ ਮਹਾਰਾਜ ਦਰਸ਼ਨਾਂ ਦੇ ਲਈ। ਮਮ ਪਦ ਕੀ ਮਰਜੀ ਥੀ ਨਹੀਂ, ਕਹੋ ਸਭਨ ਤੇ ਸੰਗੀ ਰਹੀ। ਭਾਵੇਂ ਕਿ ਮੇਰਾ ਪਤੀ ਨਹੀਂ ਸੀ ਚਾਹੁੰਦਾ, ਪਰ ਮੈਂ ਸਾਰਿਆਂ ਦੇ ਨਾਲ ਆ ਗਈ। ਕੋ ਚਦ ਆਈ ਤੁਮ ਪਾਹੀ, ਤਉ ਧਿਆਨ ਮਮ ਲੰਗਰ ਮਾਹੀ। ਹੁਣ ਮੈਂ ਇੱਧਰ ਦਰਸ਼ਨ ਕਰਨ ਆ ਗਈ, ਪਰ ਧਿਆਨ ਮੇਰਾ ਲੰਗਰ ਵਿੱਚ ਪਿਆ ਹੈ। ਰਾਵਰ ਨਿਕਟ ਪਰ ਬਿਖ ਪਾਰੀ, ਹਟੀ ਆਵਤੀ ਰਿਦੇ ਵਿਚਾਰੀ। ਔਰ ਮੈਂ ਇੱਥੇ ਬਹੁਤੀ ਭੀੜ ਦੇਖ ਕੇ ਪਿੱਛੇ ਚਲੀ ਗਈ ਹਟ ਕੇ। ਮਮ ਪਾਪਣ ਕੋ ਦਰਸ਼ਨ ਕਹਾ, ਚਲ ਕਰ ਆਈ ਤਉ ਨਾ ਲਹਾ। ਮੈਂ ਲੰਗਰ 'ਚ ਉੱਠ ਕੇ ਆ ਗਈ। ਮੇਰਾ ਪਤੀ ਚਾਹੁੰਦਾ ਸੀ ਇੱਥੇ ਸੇਵਾ ਕਰੀਏ, ਪਰ ਮੈਂ ਦਰਸ਼ਨਾਂ ਦੀ ਪਿਆਸੀ ਸੀ, ਇਸ ਕਰਕੇ ਆ ਗਈ ਗਾ। ਭੀੜ ਦੇਖ ਕੇ ਮੈਂ ਪਿੱਛੋਂ ਮੁੜ ਗਈ ਵੀ ਮੈਨੂੰ ਕਿੱਥੇ ਦਰਸ਼ਨ ਹੋਣੇ ਆ। ਜਾਏ ਕਰੂੰ ਮੈਂ ਲੰਗਰ ਸੇਵਾ,
ਤੁਮ ਅੰਤਰ ਜਾਮੀ ਲਖ ਪੀਵਾ। ਹੁਣ ਮੈਂ ਜਾ ਕੇ ਲੰਗਰ ਵੀ ਸੇਵਾ ਕਰਦੀ ਆ ਮਹਾਰਾਜ, ਤੁਸੀਂ ਜਾਨੀ ਜਾਣੋ ਮੈਨੂੰ ਸੱਦ ਲਿਆ ਹੈ। ਪਠਿਓ ਸਿਖ ਤਿਨ ਜਾਈ ਹਕਾਰੀ, ਨਿਕਟ ਹੋਈ ਮੁਝ ਸੰਗ ਪੁਚਾਰੀ। ਤੁਸੀਂ ਕਿਰਪਾ ਕਰਕੇ ਆਪ ਹੀ ਸਿੱਖ ਨੂੰ ਭੇਜ ਕੇ ਮੈਨੂੰ ਕੋਲ ਬੁਲਾ ਲਿਆ ਹੈ। ਸਤਿਗੁਰ ਤੋਹੀ ਬਲਾਵਣ ਕਰਿਓ, ਸੋਨੇ ਆਨੰਦ ਮੇਰੇ ਉਰ ਭਰਿਓ। ਤੁਸੀਂ ਕਿਰਪਾ ਕਰਕੇ ਮੈਨੂੰ ਸੱਦ ਲਿਆ, ਤੁਹਾਡੇ ਬਚਨ ਵੀ ਸੁਣ ਲਏ ਮਹਾਰਾਜ, ਤੇ ਦਰਸ਼ਨ ਵੀ ਖੁੱਲੇ ਹੋ ਗਏ। ਦਇਆ ਕਰੀ ਮੁਝ ਆਪ ਹਕਾਰਾ, ਆਪ ਕਿਰਪਾਲ ਬਿਰਧ ਸੰਭਾਰਾ। ਬੜੀ ਦਇਆ ਕੀਤੀ, ਆਪ ਮੈਨੂੰ ਆਵਾਜ਼ ਮਾਰ ਕੇ ਸੱਦਿਆ, ਕਿਰਪਾਲੂ ਦਿਆਲੋ। ਮੁਝ ਪਰ ਹੁਕਮ ਹੋਏ ਜਿਸ ਬਾਤੀ, ਅੰਗੀਕਾਰ ਕਰੋ ਸੋ ਥਾਤੀ। ਅੱਗੇ ਦੱਸੋ ਜੀ ਕੀ ਹੁਕਮ ਹੈ, ਜਿਵੇਂ ਕਹੋਗੇ ਉਹ ਪ੍ਰਵਾਨ ਕਰਾਂਗੇ। ਹੁਣ ਕਾਲ ਗੀਤਰ ਭਏ ਪਰੇਸ਼ਾਨਾ, ਕਹਿਓ ਬਚਨ ਸਿੱਖਣੀ ਤੂੰ ਧਨ। ਪਾਤਸ਼ਾਹ ਕਹਿੰਦੇ ਬੇਟਾ ਧਨ ਹੈ ਤੂੰ, ਸਿੱਖਣੀ ਹੈ ਧਨ ਹੈ। ਮਹਿਨ ਸਵਰ ਸੰਗ ਧਨ ਸੋ ਤੀਰੀ, ਜਿਸਨੇ ਸੁਣਿਓ ਇੱਕ ਵੀਰੇ। ਤੇਰੇ ਸਹੁਰੇ ਤੇਰੇ ਪੇਕੇ, ਜਿੱਥੋਂ ਤੂੰ ਇੱਕ ਪਰਮੇਸ਼ਰ ਦੀ ਗੱਲ ਸੁਣਦੀ ਰਹੀ। ਹਰਿਓ ਸਿਦਕ ਸੇਵਨ ਸਿੱਖ ਸੰਤ, ਤਥਾ ਸਿਦਕ ਰਾਖਿਓ ਵਿੱਚ ਕੰਤ। ਔਰ ਆਪਣੇ ਪਤੀ ਦੇ ਉੱਤੇ ਸਿਦਕ ਰੱਖਿਆ ਹੈ, ਇਹ ਵੱਡੀ ਗੱਲ ਹੈ। ਵਾਕਿਆ ਹੀ ਇਸਤਰੀ ਲਈ ਪਤੀ ਹੀ ਸਭ ਤੋਂ ਵੱਡਾ ਹੈ। ਜਿਸ ਤਰ੍ਹਾਂ ਮਨੁੱਖ ਨੂੰ ਹੁਕਮ ਹੈ ਵੇਖ ਪਰਾਈਆਂ ਚੰਗੀਆਂ ਭੈਣਾਂ ਮਾਵਾਂ ਧੀਆਂ ਜਾਣੇ, ਇਸੇ ਤਰ੍ਹਾਂ ਇਸਤਰੀ ਨੂੰ ਵੀ ਹੁਕਮ ਹੈ ਕਿ ਬਰਾਬਰ ਦਿਆਂ ਨੂੰ ਭਾਈ, ਛੋਟਿਆਂ ਨੂੰ ਬੱਚੇ ਤੇ ਵੱਡਿਆਂ ਨੂੰ ਪਿਤਾ ਸਮਾਨ ਜਾਣੇ। ਅੰਬੀ ਤੋਇ ਪਰ ਪੀਠ ਚੜਾਵੇ, ਪਰ ਪਰ ਤਾਤੀ ਰਾਜਾ ਵਿਆਵੇ। ਕੋਈ ਗੱਲ ਨਹੀਂ, ਅਸੀਂ ਵੀ ਤੈਨੂੰ ਕੁਝ ਭੇਟ ਦੇਵਾਂਗੇ ਜਦੋਂ ਤੂੰ ਪਤੀ ਦੇ ਨਾਲ ਆਈ। ਆਏ ਦੇਵੀ ਅਵ ਕਰੋ ਪਿਆਨਾ, ਭਈ ਪਾਵਨੀ ਪੂਰ ਮਹਾਨਾ। ਹੁਣ ਤੁਸੀਂ ਜਾਓ ਕਰੋ ਸੇਵਾ, ਤੇਰੀ ਭਾਵਨਾ ਪੂਰੀ ਹੋਏ। ਹਰ ਸੇਵਾ ਕਰਹੀ ਮੈਂ ਰਹੂ, ਰਾਹਾ ਮਿਲਣ ਗੁਰੂ ਕੋ ਸੋ ਲਹੂ। ਕਹਿਣ ਲੱਗੇ ਵਾਕਿਆ ਹੀ ਗੁਰੂ ਨੂੰ ਮਿਲਣ ਦਾ ਘਰ ਇਹੀ ਹੈ ਰਸਤਾ, ਕਿ ਘਰੇ ਬੈਠ ਕੇ ਸੇਵਾ ਵੀ ਕਰੋ ਤੇ ਗੁਰੂ ਨੂੰ ਮਿਲਣ ਦੀ ਆਸ ਵੀ ਰੱਖੋ। ਹੁਣ ਕਾਰਨ ਜਡੇਰੀ ਮੈਂ ਗਈ, ਭਰਦਾ ਸਾਧ ਬਾਤ ਜੋ ਕਹਿ ਦਹੀ। ਫਿਰ ਜਿੱਥੇ ਉਤਾਰਾ ਕੀਤਾ ਸੀ ਇਹਨਾਂ ਨੇ, ਉਹ ਤੰਬੂ ਲਾਏ ਹੁੰਦੇ ਛੋਟੇ ਛੋਟੇ, ਆਪੋ ਆਪਣੇ ਡੇਰੇ 'ਚ ਗਈ, ਆਪਣੇ ਘਰ ਵੱਲ ਨੂੰ ਸਾਰੀ ਗੱਲ ਦੱਸੀ। ਤੇ ਪ੍ਰਭੂ ਦਰਸ਼ਨ ਦੀ ਗਈ, ਅਪਰਸ ਕਰਨੇ ਨਿਜ ਥਲ ਭਈ। ਦੀਵਾਨ ਦੀ ਸਮਾਪਤੀ ਹੋ ਗਈ, ਗੁਰੂ ਸਾਹਿਬ ਆਪਣੇ ਮਹਿਲਾਂ ਵੱਲ ਚਲੇ ਗਏ। ਅਗਲੇ ਦਿਨ ਫਿਰ ਇਹ ਕਿਵੇਂ ਮਿਲਦੇ ਆ, ਗੁਰੂ ਸਾਹਿਬ ਕੀ ਕਿਰਪਾ ਕਰਦੇ ਆ, ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ ਜੀ। ਮੋਲਦੇ ਅੱਖਰ ਬਾਅਦ ਕਾਟ ਹੋ ਜਾਂਦੇ, ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਏਕ, ਹੇ ਗੋਬਿੰਦ ਹੇ ਗੁਣ ਨਿਧਾਨ, ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪਿਓ ਬਨਹਾਰ, ਹੇ ਸੰਤ ਕੈ ਸਦਾ ਸੰਗ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ, ਰੱਖੋ ਹੀ ਪਰੋਏ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਏਕ ਓੰਕਾਰਾ ਸਤਿਗੁਰੂ ਸੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।